ਦੋਸਤੋ, ਸੂਰਜਾਂ ਦੇ ਵਾਰਿਸ ਪ੍ਰਕਾਸ਼ਨ, ਪੰਜਾਬੀ ਕਾ ਲਾਹੌਰ ਤੇ ਪੰਜਾਬੀ ਸੱਥ ਮੈਲਬਰਨ ਵੱਲੋਂ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਖੁਸ਼ ਨਸੀਬ ਹਾਂ ਕਿ ਅੱਜ ਸਾਡੇ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਮੌਜੂਦ ਨੇ, ਜਿਨ੍ਹਾਂ ਨੇ ਪੰਜਾਬੀ ਕਵਿਤਾ ਦੀ ਦਸ਼ਾ ਤੇ ਦਿਸ਼ਾ ਨਿਰਧਾਰਿਤ ਕੀਤੀ। ਕਨੈਕਸ਼ਨ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਇਸ ਲਈ ਮੈਂ ਜਲਦੀ ਬਿਲਕੁਲ ਹੀ ਬਰੀਫ ਜਾਂ ਤਾਰਫ ਤੋਂ ਬਾਅਦ ਹੀ ਤੁਹਾਡੀ ਜਾਣ ਪਛਾਣ ਕਰਵਾ ਕੇ ਆਪਾਂ ਕਵੀ ਦਰਬਾਰ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਮੈਂ ਨਾਂ ਦੀ ਤਾਰਫ ਕਰਾ ਦੇਣਾ। ਵੈਸੇ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ, ਇਹ ਪੰਜਾਬੀ ਦੇ ਮਕਬੂਲ ਸਾਰੇ ਕਵੀ ਨੇ। ਡਾਕਟਰ ਮੋਹਨਜੀਤ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਡਾਕਟਰ ਮਨਮੋਹਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਸਵੰਤ ਜਫਰ ਹੁਰੀ, ਸਤਿ ਸ਼੍ਰੀ ਅਕਾਲ ਭਾਜੀ। ਤੇ ਦਰਸ਼ਨ ਬੁੱਟਰ ਹੋ ਰਹੇ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਲਹਿੰਦੇ ਪੰਜਾਬ ਤੋਂ ਅਜ਼ਮ ਮਲਿਕ ਸਾਹਿਬ, ਨਮਸਕਾਰ ਜੀ, ਆਦਾਬ। ਦੋਸਤੋ, ਇਸ ਪ੍ਰੋਗਰਾਮ ਦੀ ਯਾਨੀ ਕਿ ਕਵੀ ਦਰਬਾਰ ਦੀ ਜਿਹੜੀ ਤਰਤੀਬ ਹੈ, ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਡਾਕਟਰ ਮਨਮੋਹਨ ਤੋਂ, ਕਿਉਂਕਿ ਅੱਜ ਕੱਲ੍ਹ ਹਾਲਾਤ ਇਸ ਤਰ੍ਹਾਂ ਦੇ ਚੱਲ ਰਹੇ ਨੇ ਕਿ ਉਹਨਾਂ ਦੇ ਉਹ ਡਿਊਟੀ ਤੇ ਇਸ ਟਾਈਮ ਵੀ ਡਿਊਟੀ ਤੇ ਹਾਜ਼ਰ ਨੇ। ਡਾਕਟਰ ਮਨਮੋਹਨ ਪੰਜਾਬੀ ਕਵਿਤਾ, ਨਾਵਲ, ਆਲੋਚਨਾ, ਚਿੰਤਨ ਦੇ ਵੱਡੇ ਹਸਤਾਖਰ ਨੇ। ਤੇ ਉਹ ਯਾਨੀ ਕਿ ਫਿਰ ਮਨਮੋਹਨ ਜੀ ਸਟਾਰਟ ਕਰੀਏ ਕਵਿਤਾ। ਮਨਮੋਹਨ ਜੀ, ਡਾਕਟਰ ਮਨਮੋਹਨ ਕਵਿਤਾ ਸੁਣਾਓ ਜੀ। ਧੰਨਵਾਦ ਜਗਦੀਪ, ਤੁਸੀਂ ਇਸ ਮੌਕਾ ਦਿੱਤਾ ਔਰ ਭਾਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਫੋਨ ਤੇ ਤਾਂ ਗੱਲ ਹੁੰਦੀ ਸੀ, ਪਰ ਬੜੇ ਦਿਨਾਂ ਬਾਅਦ ਭਾਜੀ ਦਾ ਚਿਹਰਾ ਦੇਖਿਆ, ਮੋਹਨਜੀਤ ਭਾਜੀ ਦਾ ਤੇ ਦਰਸ਼ਨ ਬੁੱਟਰ ਹੋਣਾ ਦਾ। ਔਰ ਅੱਜ ਕੱਲ ਮੈਂ ਨਾ ਕੁਝ ਆਪਣੀਆਂ ਪੁਰਾਣੀਆਂ ਕਵਿਤਾਵਾਂ ਦੇਖਦਾ ਪਿਆ, ਜਿਹੜਾ ਜੋ ਕੁਝ ਵਾਪਰ ਰਿਹਾ ਅੱਜ ਕੱਲ ਮਾਹੌਲ ਦੇ ਵਿੱਚ, ਉਹਦੇ ਸੰਦਰਭ 'ਚ ਮੈਂ ਦੋ ਕਵਿਤਾਵਾਂ ਤੁਹਾਨੂੰ ਪੜ੍ਹਾਂਗਾ ਔਰ ਫਿਰ ਮੈਂ ਤੁਹਾਡੇ ਕੋਲ ਇਜਾਜ਼ਤ ਲਵਾਂਗਾ, ਕਿਉਂਕਿ ਮੈਨੂੰ ਮੈਂ ਅੱਜ ਕੱਲ ਬਹੁਤ ਬੁਰੀ ਤਰ੍ਹਾਂ ਰੁਝੇਵਿਆਂ 'ਚ ਫਸਿਆ ਹੋਇਆ, ਤੁਸੀਂ ਜਾਣਦੇ ਜੇ ਸਾਰੇ। ਤੇ ਦੋ ਕਵਿਤਾਵਾਂ ਬੜੀਆਂ ਕੰਟੈਕਸਚੁਅਲ ਨੇ ਔਰ ਪ੍ਰਸੰਗਿਕ ਨੇ, ਇਸ ਕਰਕੇ ਕਿ ਜਿਹੜੇ ਹਾਲਾਤ 'ਚੋਂ ਅੱਜ ਸਰਵਾਜਵੀਰ ਭਾਜੀ ਦਾ ਵੀ ਇੱਕ ਲੇਖ ਛਪਿਆ ਪੰਜਾਬੀ ਟ੍ਰਿਬਿਊਨ ਦੇ ਵਿੱਚ, ਉਹਦੇ ਪਸ ਮੰਜ਼ਰ ਦੇ ਵਿੱਚ ਮੈਂ ਦੋ ਕਵਿਤਾਵਾਂ ਤੁਹਾਨੂੰ ਸੁਣਾਉਣਾ ਹੈ। ਇੱਕ ਕਵਿਤਾ ਦਾ ਨਾਂ ਹੈ ਵਿਰਾਸਤ। ਜੀ ਵਿਰਾਸਤ। ਕੱਪੜੇ ਕਿੰਨੇ ਵੀ ਰੰਗਲੇ ਪਹਿਨ ਲੈ, ਕੱਪੜੇ ਕਿੰਨੇ ਵੀ ਰੰਗਲੇ ਪਹਿਨ ਲੈ, ਨੌਂ ਤੋਂ ਲੈ ਕੇ ਮਾਸ ਤੱਕ ਫੈਲਿਆ ਕੋੜ, ਛੁਪਾਇਆ ਵੀ ਨਹੀਂ ਛੁਪਣਾ। ਵਾਹ ਵਾਹ ਵਾਹ। ਕੱਪੜੇ ਕਿੰਨੇ ਵੀ ਰੰਗਲੇ ਪਹਿਨ ਲੈ, ਨੌਹਾਂ ਤੋਂ ਲੈ ਕੇ ਮਾਸ ਤੱਕ ਫੈਲਿਆ ਕੋੜ, ਛੁਪਾਇਆ ਵੀ ਨਹੀਂ ਛੁਪਣਾ। ਉਹ ਕੋੜ ਵੱਲ ਤੁਹਾਨੂੰ ਸਮਝ ਆ ਗਈ ਹੋਣੀ ਹੈ। ਬਿਲਕੁਲ। ਮੇਰੇ ਪੁਰਖੇ ਨਹੀਂ ਛੁਪਾਉਂਦੇ ਸਨ, ਇਹ ਜੱਦੀ ਪੁਸ਼ਤੀ ਵਿਰਾਸਤ। ਮੇਰੇ ਪੁਰਖੇ ਨਹੀਂ ਛੁਪਾਉਂਦੇ ਸਨ, ਇਹ ਜੱਦੀ ਪੁਸ਼ਤੀ ਵਿਰਾਸਤ। ਸ਼ਾਇਦ ਨਹੀਂ ਸੀ ਉਹਨਾਂ ਕੋਲ ਕੋਈ ਸੁੰਦਰ ਪਹਿਰਨ। ਬਿਲਕੁਲ, ਬਹੁਤ ਅੱਛਾ, ਬਹੁਤ ਖੂਬ। ਸਿੱਖ ਲਿਆ ਸੀ ਉਹਨਾਂ ਤਾਂ ਪਹਿਲਾ ਦੁੱਖ ਘੱਟ ਕਰਨਾ ਹੋਵੇ ਤਾਂ ਉਸ ਤੋਂ ਵੀ ਵੱਡਾ ਦੂਜਾ ਦੁੱਖ ਪੈਦਾ ਕਰ ਲਵੋ। ਬਹੁਤ ਖੂਬ, ਬਹੁਤ ਖੂਬ। ਸਿੱਖ ਲਿਆ ਸੀ ਉਹਨਾਂ ਤਾਂ ਪਹਿਲਾ ਦੁੱਖ ਘੱਟ ਕਰਨਾ ਹੋਵੇ ਤਾਂ ਉਸ ਤੋਂ ਵੀ ਦੂਜਾ ਵੱਡਾ ਦੁੱਖ ਪੈਦਾ ਕਰ ਲਵੋ। ਮੈਂ ਆਪਣਾ ਅਸਮਾਨ ਦੇਖਿਆ, ਆਪਣੀ ਜ਼ਮੀਨ ਦੇਖੀ, ਮੇਰੀ ਜ਼ਮੀਨ ਤੇ ਬਨਸਪਤੀ ਨਹੀਂ ਰੰਗ ਉਗਦਾ ਹੈ। ਬਹੁਤ ਅੱਛਾ। ਮੇਰੀ ਜ਼ਮੀਨ ਤੇ ਬਨਸਪਤੀ ਨਹੀਂ ਰੰਗ ਉਗਦਾ ਹੈ। ਆਸਮਾਨ ਤੇ ਤਾਰੇ ਨਹੀਂ ਇਤਿਹਾਸ ਉਤਰਦਾ। ਬਹੁਤ ਖੂਬ। ਆਸਮਾਨ ਤੇ ਤਾਰੇ ਨਹੀਂ ਇਤਿਹਾਸ ਉਤਰਦਾ ਹੈ। ਜ਼ਮੀਨ ਆਸਮਾਨ ਮੇਰੇ ਆਪਣੀਆਂ ਕਬਰਾਂ 'ਚ ਪਏ ਸੋਚਦੇ ਨੇ
कि जे दिने चंद निकल आवे जरूरी तो नहीं कि रात को सूरज भी निकले। बहुत अच्छे। जमीन आसमान मेरे अपनी कबरां च पे सोचते ने कि जे दिने चंद निकल आवे जरूरी तो नहीं कि रात को सूरज भी निकले। फिर भी खुश रंग लिबास पहनी नोहां तो लैके मास तक फैलिया कोट छुपा रहा ताकि मेरी आत्मा बची रहे। बहुत बहुत खूब। ताकि मेरी आत्मा बची रहे। बहुत अच्छे। दूसरी कविता मैं सुना रहा अज भी मैं लंबे पंजाब के साडे लेखक ने नैनसुख होनी उन्होंने किताब के उत्ते मेरा एक लेख छपया धरती पंज दरियाई उस वातावरण की एक कविता मैं तुहानू सुनाना हैगा। कविता पुरानी है। हाँ, अपने समय वर्तमान च घट अजकल मैं अजायब घरां च ज्यादा विचरदा हाँ। वर्तमान च घट अजकल मैं अजायब घरां च ज्यादा विचरदा हाँ। ठीकरां टुटे भांडे डॉक्टर मनमोहन जी लगता मैनू डिस्कनैक्ट हो गए ने। नहीं मेरा है। हाँ जी डॉक्टर मनमोहन जी डिस्कनैक्ट हो गए ने जी मेरे ख्याल ते तक जब तक वो आउंदे नहीं तब तक मैं गुजारिश करांगा पंजाबी कविता दे बहुत वड्डे हस्ताक्षर जसवंत जफर जी जिन्हों ने खूबसूरत कविता के नाल नाल बहुत अच्छी वार्तक भी लिखी ते इन्हां दा समाज प्रति इन्हां दी बड़ी देन है। लुधियाने दा बुढ़ा नाला प्रति इन्हां सरकार नूं बड़ी सरकार के खिलाफ बड़ी जोरदार मुहिम चलाई सी जिसदे के सिट्टे बड़ी जल्दी आपां नूं देखण नूं मिलणगे। मैं गुजारिश करांगा जसवंत जफर भाजी नूं कि वो अपनियां कविता नाल अपनियां कवितावां नाल निवाजन। जसवंत जफर जी। जगदीप मैनू तुहाडी आवाज टुटनी आ रही सी, तुहानू मेरी आवाज ठीक आ रही है? हाँ जी वधिया आ रही है सर, ठीक आ रही है। जे तुहानू आवाज ठीक आ रही है तो मैं पढ़दा। हाँ जी शुरू करो प्लीज। मैं भाजी उन्होंने की आवाज उदी पचदी आ रही सी, सही आवाज हाँ जी, आ रही है तो चलो शुक्र है। मैं बच्चों के हवाले नाल तीन कवितावां पढ़दा छोटियां छोटियां। जी पहली है बच्चा घर का एक जी ही नहीं हुंदा सारे जियां दी जान हुंदा। हाँ जी। बच्चा जदों घर हुंदा एक कमरे च ही नहीं हुंदा घर दे कोने कोने ते कण कण च हुंदा बच्चा। बिल्कुल बहुत खूब। जो सब चीज़ां चों चमकदा सब वस्तां च वसदा टीवी च ट्रंक च मेज़ां मंजियां च किताबां कुर्सियां च परदियां पक्खियां च बिस्तरां बर्तनां च। बच्चे नाल साह लैंदा धड़कदियां छड़कदियां ते हसदियां खिड़कियां हसदियां। बच्चा जदों बीमार हुंदा पूरा घर हुंदा ती चंद नहीं चढ़दा। बच्चे बिना राती चंद नहीं चढ़दा तारे ना टिमटिमाउंदे घाह ते त्रेड़ नहीं पैंदी वेड़े च धुप नहीं खड़दी। घरां नूं वसण लई बसण लई बच्चों का साथ चाहिदा जां खुद ही थोड़ा बहुत बच्चों वर्गा आप चाहिदा जां बंदा खुद ही थोड़ा बहुत बच्चे वर्गा आप चाहिदा। बहुत खूब बहुत खूब। थोड़ी आवाज जफर साहब आवाज थोड़ी जी हुण टुटनी आ रही सी है ना। पसीना स्याही खून पसीना स्याही मजदूर इट्टां वट्टे ढो रहे आज
मेरा सिर दी कमाई नाल मकान बन रहा हौली हौली। बोलो बोलो बोलो। हो रहे हौली हौली नाल मैं बन रहा बन के मकान ने मैनूं दस्सिया कि किराए दे मकान दी कंध विच किल ठोकण ते मालक मकान दा सीना क्यों पाटदा सी। स्याही दी कमाई नाल बनदे मकान ने मैनूं दस्सिया कि किराए दे मकान दी कंध विच किल ठोकण ते मालक मकान दा सीना क्यों पाटदा सी। ओहदा मकान सीने दी कमाई दा सी। बहुत खूब। मेरे बच्चे दे मामूली सट लगण ते पत्नी दी अखां चों परल परल अथरू डिगदे तां मैं खिजदा किहड़ी गल होई। मेरे बच्चे दे मामूली सट लगण ते पत्नी दी अखां चों परल परल अथरू डिगदे तां मैं खिजदा कि रोण दी किहड़ी गल होई। पर हुण मैं खिजदा तां मैनूं समझाउंदा स्याही दी कमाई नाल बनदा ए मकान कि खिजना भलिया मानसा ते मावां दे खून दी कमाई नाल बने हन। बन के मकान बंदे नूं नवां जहान दिंदा। बहुत खूब बहुत खूब। बनदा मकान बंदे नूं बहुत अच्छा। बनदा मकान बंदे नूं बड़ा ज्ञान दिंदा। तीसरी बहुत छोटी कविता रोना नहीं। जफर भाई थोड़ा आवाज दा देखियो, आवाज दा थोड़ा 2.5 साल दी बेटी 2.5 साल दी बेटी टीके नूं जाणदी जी। 2.5 साल दी बेटी टीके नूं जाणदी। टीके वाले हੱਥ ਨੂੰ ਬਾਰ-ਬਾਰ ਪਰੇ ਕਰਦੀ। ਉਸ ਦੀਆਂ ਬਾਹਾਂ ਕਾਬੂ ਕਰ ਮੈਂ ਟੀਕਾ ਲਵਾ ਦਿੰਦਾ। ਉਸ ਦੀਆਂ ਬਾਹਾਂ ਕਾਬੂ ਕਰ ਮੈਂ ਟੀਕਾ ਲਵਾ ਦਿੰਦਾ। ਬਹੁਤ ਰੋਂਦੀ ਹੈ ਬੇਟੀ। ਮੈਂ ਪਤਿਆ ਕੇ ਆਖਦਾ ਰੋਣਾ ਨਹੀਂ। ਮੈਂ ਪਤਿਆ ਕੇ ਆਖਦਾ ਰੋਣਾ ਨਹੀਂ। ਉਹ ਰੋਂਦੇ ਰੋਂਦੇ ਆਖਦੀ ਬਹੁਤ ਦੁੱਖ ਲੱਗਦਾ ਪਾਪਾ। ਉਹ ਰੋਂਦੇ ਰੋਂਦੇ ਆਖਦੀ ਬਹੁਤ ਦੁੱਖ ਲੱਗਦਾ ਪਾਪਾ। ਮੈਂ ਆਖਦਾ ਤੇਰੇ ਰੋਣ ਨਾਲ ਮੈਨੂੰ ਵੀ ਦੁੱਖ ਲੱਗਦਾ। ਮੈਂ ਆਖਦਾ ਤੇਰੇ ਰੋਣ ਨਾਲ ਮੈਨੂੰ ਵੀ ਦੁੱਖ ਲੱਗਦਾ। ਮੇਰਾ ਵੀ ਰੋਣਾ ਨਿਕਲਦਾ। ਉਹ ਇੱਕਦਮ ਚੁੱਪ ਕਰ ਜਾਂਦੀ। ਉਹ ਇੱਕਦਮ ਚੁੱਪ ਕਰ ਜਾਂਦੀ। ਆਪੇ ਆਪਣੀਆਂ ਅੱਖਾਂ ਭਰਦੀ। ਹੁਣ ਕਦੇ ਨਹੀਂ ਰੋਂਗੀ ਪਾਪਾ। ਮੇਰਾ ਸੱਚੀ ਮੁੱਚੀ ਨਿਕਲ ਜਾਂਦਾ। मेरा सच्ची मुच्ची रोना निकल गया। बहुत खूब बहुत खूब बहुत खूब। ते हेलो, ये सन जसवंत जफर जी, पंजाबी दी बहुत ही नवी कल्पना नाल ओत प्रोत नवीं गल्लां करन वाले जसवंत जफर जी। तुहानूं पता लगदा है कि कविता पंजाबी कविता कित्थे स्टैंड करती है। डॉक्टर मनमोहन जी, डॉक्टर दर्शन बुट साहब भी आ गए ने ते तुसीं अधूरी कविता जिहड़ी दूसरी सुनानी सी डॉक्टर मनमोहन जी सुना दो प्लीज। अजकल ट्रैफिक रश इत्थे भी वध गया जी। नेट दा भी रश वध गया। कोई गल मैं नज़म सुना रहा अपने समय वर्तमान च घट अजायब घरां च अजकल मैं ज्यादा विचरदा। ठीकरां टुटे भांडे अर्ध नकीले पथरीले हथियार जंगाले सिक्के सिप मुढ़ कदीमी शहरी सभ्यता दे नक्श मेरे आद पक्षियां दे अवशेष अंग सन होण मेरे। बड़ा औखा हुंदा वसदे घरां दरां नूं छड्ड जाना। अपने ही देश च बनना पैना स्वामी तो दास। तिखे गोरे नक्शा मोरे हार जाना जित के भी। नीम कसमाई आबादियां तो नीले पर्वतां नेरे जंगलां वन्नी हिजरत मनु कर दिए उदास। काले रंगां इन्हें नक्शां चों लभदे ने मैनू महाकाव। अजायब घर हौली हौली फैल रहा मेरे अंदर। मैं भूत मुखी तो नहीं
पर देखदा वर्तमान च उस पूत दा साया अपने समय। बहुत खूब, बहुत खूब, वाह 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 वाह, बहुत अच्छे, बहुत अच्छे। एक कविता मैं ਤੁਹਾਨੂੰ ਜਿਹੜੀ ਹੈ ਉਹ ਵੀ ਇੱਕ ਪੁਰਾਣੀ ਕਵਿਤਾ ਤੁਹਾਨੂੰ ਸੁਣਾ ਰਿਹਾ ਹਾਂ। जी जी जरूर। ये भी कुछ इसे रंग की कविता है। नीलकंठ। अच्छा अच्छा, सुत्तियां कोई नाग डंगदा है, सुत्तियां कोई नाग डंगदा है जी, मेरे मत्थे च मोरी हुंदी, जहर रगां राहीं पैरां तो नौहां तक पहुंचदा, मेरे बिस्तर दी चादर नीली, मंजे दे पावे नीले, फिर सारा फर्श नीला हो जाता। बहुत अच्छी। सारी निलत्तन चों एक शिव उठदा है, जिसदा कंठ नीला, काया नीली, सर्व आलोक नीला। ਉਹ ਮੈਨੂੰ ਕਹਿੰਦਾ ਜੇ ਭਾਗੀਰਥੀ ਸਿਰਜਣੀ ਹੈ ਤੇ ਜਾਣਾ ਪੈਣਾ ਹਿਮਾਲਿਆ ਨੂੰ, ਗੰਗੋਤਰੀ ਕੋਲ, ਜਿੱਥੇ ਕੋਈ ਪਾਰਵਤੀ ਨਹੀਂ, ਕੇਵਲ ਤੂੰ ਹੋਵੇਂਗਾ ਜਾਂ ਤੇਰੀ ਅਰਧ ਕਾਇਆ। ਜੇ ਸਾਗਰ ਰਿੜਕਣਾ ਹੈ ਤਾਂ ਰਹਿਣਾ ਪੈਣਾ ਨਾਗ ਲੋਕ ਕੋਲ, ਸ਼ੇਸ਼ ਨਾਗ ਦਾਗੇ, ਜਿੱਥੇ ਹਰ ਨਾਗ ਦੀ ਆਪੋ ਆਪਣੀ ਵਿਥਿਆ। ਸੁੱਤਿਆਂ ਤੈਨੂੰ ਜੇ ਨਾਗ ਡੰਗਦਾ ਹੈ ਤਾਂ ਚੱਲ ਉੱਥੇ ਚੱਲੀਏ, ਜਿੱਥੇ ਨਾ ਕੋਈ ਸ਼ਿਵ ਹੈ ਨਾ ਪਾਰਵਤੀ, ਉੱਥੇ ਸਿਰਫ ਜ਼ਹਿਰ ਹੁੰਦਾ ਹੈ ਜੋ ਤੈਨੂੰ ਪੀਣਾ ਪਵੇਗਾ ਅੰਮ੍ਰਿਤ ਵਾਂਗ, ਤੇ ਫਿਰ ਉਹਦੇ ਹੋਵੇਗਾ ਤੇਰੇ ਚੋਂ ਇੱਕ ਨੀਲਕੰਠ। ਬਹੁਤ ਤੇ ਫਿਰ ਉਹਦੇ ਹੋਵੇਗਾ ਤੇਰੇ ਚੋਂ ਇੱਕ ਨੀਲਕੰਠ। ਧੰਨਵਾਦ। ਬਹੁਤ ਅੱਛਾ, ਬਹੁਤ ਸ਼ੁਕਰੀਆ ਡਾਕਟਰ ਮਨਮੋਹਨ ਜੀ। ਡਾਕਟਰ ਮਨਮੋਹਨ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਵਿਤਾ ਦੀ ਰੇਂਜ ਕੀ ਹੁੰਦੀ ਹੈ। ਪੰਜਾਬੀ ਕਵਿਤਾ ਅੱਜ ਉਸ ਮੁਕਾਮ ਤੇ ਹੈ ਕਿ ਜਿੱਥੇ ਅਸੀਂ ਮਾਣ ਕਰ ਸਕਦੇ ਹਾਂ ਕਿ ਅਸੀਂ ਪੰਜਾਬੀ ਪੜ੍ਹਦੇ ਹਾਂ, ਲਿਖਦੇ ਹਾਂ, ਬੋਲਦੇ ਹਾਂ। तो डॉक्टर दर्शन बुट्टर जी का स्वागत है। मैं जाना एक मीटिंग। बड़ी मेहरबानी जगदीप जी, मैं इजाजत लवांगा। जी जी डॉक्टर साहब, बहुत बहुत शुक्रिया, बहुत बहुत शुक्रिया सर, बहुत अच्छा ਤੁਹਾਡਾ ਕਲਾਮ ਰਿਹਾ ਜੀ ਅੱਜ, ਬਹੁਤ ਬਹੁਤ शुक्रिया। ਇਸ ਤੋਂ ਬਾਅਦ ਸਵਾਗਤ ਹੈ ਜੀ ਦਰਸ਼ਨ ਬੁੱਟਰ ਹੋਰਾਂ ਦਾ। ਬਹੁਤ ਮੁਸ਼ਕਲ ਨਾਲ ਇਹ ਜੁੜੇ ਨੇ ਕਿਉਂਕਿ ਹੋਰ ਜ਼ਮੀਨੀ ਟ੍ਰੈਫਿਕ ਨਾਲ ਅੱਜ ਕੱਲ ਨੈਟ ਵੀ ਕਾਫੀ ਟ੍ਰੈਫਿਕ ਚੱਲ ਰਹੀ ਹੈ। ਦਰਸ਼ਨ ਬੁੱਟਰ ਹੋਰਾਂ ਨੇ ਕਵਿਤਾ ਪੜ੍ਹੀ ਨਹੀਂ, ਲਿਖੀ ਨਹੀਂ, ਸਗੋਂ ਪੜ੍ਹਾਈ ਵੀ ਹੈ, ਲਿਖਾਈ ਵੀ ਹੈ। 22 ਸਾਲ ਲਗਭਗ ਇਹਨਾਂ ਨੇ ਕਵਿਤਾ ਉਤਸਵ ਕਰਾਇਆ, ਜਿੱਥੇ ਨਵੇਂ ਪੁੰਗਰ ਦੇ ਹੁਣ ਵੀ ਕਰਾਉਂਦੇ ਆ ਕਵਿਤਾ ਦੇ ਚੱਲ ਰਿਹਾ, ਹੁਣ ਵੀ ਚੱਲ ਜਵਾਨ ਹੋਏ। ਤੇ ਇਹਨਾਂ ਦੀ ਅਲੱਗ-ਅਲੱਗ ਸ਼ੈਲੀ 'ਚ ਇਹਨਾਂ ਨੇ ਕਵਿਤਾਵਾਂ ਲਿਖੀਆਂ। ਦਰਦ ਮਜੀਠੀ 'ਚ ਇਹਨਾਂ ਦਾ ਹੋਰ ਰੰਗ ਸੀ, ਮਹਾਕੰਬਣੀ 'ਚ ਸੰਵਾਦ ਕਵਿਤਾ ਸੀ, ਇਹਨਾਂ ਦਾ ਹੋਰ ਰੰਗ ਸੀ, ਤੇ ਖੜਾਵਾਂ 'ਚ ਇਹਨਾਂ ਦਾ ਹੋਰ ਰੰਗ ਸੀ। ਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਅੱਜ ਆਪਣੀ ਅਲੱਗ-ਅਲੱਗ ਸ਼ੈਲੀ ਦੀਆਂ ਨਜ਼ਮਾਂ ਪ੍ਰਸਤੁਤ ਕਰਨ। ਦਰਸ਼ਨ ਬੁੱਟਰ ਸਾਹਿਬ। ਬੜੀ ਮਿਹਰਬਾਨੀ ਸਾਰੇ ਦੋਸਤ ਮਿੱਤਰਾਂ ਦੀ। ਦੋਸਤੋ, ਦੋ ਤਿੰਨ ਨਵੀਆਂ ਪੁਰਾਣੀਆਂ ਨਜ਼ਮਾਂ ਲੈ ਕੇ ਹਾਜ਼ਰ ਹਾਂ ਜੀ। ਸਭ ਤੋਂ ਪਹਿਲਾਂ ਮੈਂ ਇੱਕ ਨਜ਼ਮ ਪੜ੍ਹ ਰਿਹਾ, ਜ਼ਫਰ ਸਾਹਿਬ ਦਵੰਗ। ਬੜਾ ਔਖਾ ਹੈ ਗੰਧਹੀਣ ਫਿਜ਼ਾ 'ਚ ਸਾਹ ਲੈਣਾ, ਬੜਾ ਔਖਾ ਹੈ ਗੰਧਹੀਣ ਫਿਜ਼ਾ 'ਚ ਸਾਹ ਲੈਣਾ, ਗੁਲਾਬੀ ਮੌਸਮਾਂ 'ਚ ਪਹਿਲ ਪਾਉਣੀ ਕਿਹੜਾ ਸੌਖੀ ਹੈ। ਬਹੁਤ ਅੱਛਾ। ਵਾਹ ਵਾਹ ਵਾਹ। ਬੜਾ ਔਖਾ ਹੈ ਗੰਧਹੀਣ ਫਿਜ਼ਾ 'ਚ ਸਾਹ ਲੈਣਾ, ਗੰਧਹੀਣ ਗੁਲਾਬੀ ਮੌਸਮਾਂ 'ਚ ਪਹਿਲ ਪਾਉਣੀ ਕਿਹੜਾ ਸੌਖੀ ਹੈ। ਬੜਾ ਔਖਾ ਹੈ ਭੂਤ ਕਾਲ ਨੂੰ ਯਾਦਾਂ 'ਚ ਸਾਂਭ ਕੇ ਘਰੋਂ ਤੁਰਨਾ, ਬੜਾ ਔਖਾ ਹੈ ਭੂਤ ਕਾਲ ਨੂੰ ਯਾਦਾਂ 'ਚ ਸਾਂਭ ਕੇ ਘਰੋਂ ਤੁਰਨਾ,
ਭਵਿੱਖ ਨੂੰ ਲਾਕਰਾਂ 'ਚ ਰੱਖ ਕੇ ਯਾਤਰਾ ਕਰਨੀ ਕਿਹੜਾ ਸੌਖੀ ਹੈ। ਬਹੁਤ ਅੱਛੇ, ਬਹੁਤ ਖੂਬ। ਬੜਾ ਔਖਾ ਹੈ ਦਿਲ ਦੇ ਦਰਦ ਨੂੰ ਦਹਲੀਜ਼ ਤੇ ਬੇਪਰਦ ਕਰਨਾ। ਬਹੁਤ ਅੱਛੇ। ਬੜਾ ਔਖਾ ਹੈ ਦਿਲ ਦੇ ਦਰਦ ਨੂੰ ਦਹਲੀਜ਼ ਤੇ ਬੇਪਰਦ ਕਰਨਾ। ਘੁੰਡ ਕੱਢ ਕੇ ਖੈਰ ਪਾਉਣੀ ਕਿਹੜਾ ਸੌਖੀ ਹੈ। ਬਹੁਤ ਵਾਹ 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 ਵਾਹ। ਬੜਾ ਔਖਾ ਹੈ ਕਾਲ ਨੂੰ ਪਾਵੇ ਨਾਲ ਬੰਨਣਾ। ਬੜਾ ਔਖਾ ਹੈ ਕਾਲ ਨੂੰ ਪਾਵੇ ਨਾਲ ਬੰਨਣਾ। ਵਕਤ ਦੀ ਵੱਖੀ 'ਚ ਢੁੱਡ ਮਾਰਨੀ ਕਿਹੜਾ ਸੌਖੀ ਹੈ। ਬਹੁਤ ਅੱਛਾ। ਬੜਾ ਔਖਾ ਹੈ ਜਿਸਮ ਦੀ ਉਖੜੀ ਤਾਲ ਨੂੰ ਸੁਰ ਵਿੱਚ ਕਰਨਾ। ਜ਼ਖਮੀ ਰੂਹ ਤੇ ਮੀਨਾਕਾਰੀ ਕਰਨੀ ਕਿਹੜਾ ਸੌਖੀ ਹੈ। ਬਹੁਤ ਖੂਬ। ਬੜਾ ਔਖਾ ਹੈ ਜਿਸਮ ਦੀ ਉਖੜੀ ਤਾਲ ਨੂੰ ਸੁਰ ਵਿੱਚ ਕਰਨਾ। ਜ਼ਖਮੀ ਰੂਹ ਤੇ ਮੀਨਾਕਾਰੀ ਕਰਨੀ ਕਿਹੜਾ ਸੌਖੀ ਹੈ। ਬੜਾ ਔਖਾ ਹੈ ਸੀਤ ਹੋਕਿਆਂ ਦੀ ਹਜ਼ੂਰੀ 'ਚ ਸਿਜਦਾ ਕਰਨਾ। ਬਲਦੀ ਪਾਉਣ ਦੇ ਵਰਕੇ ਤੇ ਕਵਿਤਾ ਲਿਖਣੀ ਕਿਹੜਾ ਸੌਖੀ ਹੈ। ਬਹੁਤ ਅੱਛਾ। ਬੜਾ ਬਹੁਤ ਖੂਬ। ਔਖਾ ਹੈ ਸੀਤ ਹੋਕਿਆਂ ਦੀ ਹਜ਼ੂਰੀ 'ਚ ਸਿਜਦਾ ਕਰਨਾ। ਬਲਦੀ ਪਾਉਣ ਦੇ ਵਰਕੇ ਤੇ ਕਵਿਤਾ ਲਿਖਣੀ ਕਿਹੜਾ ਸੌਖੀ ਹੈ। ਬਹੁਤ ਵਾਹ ਖੂਬ। ਬਹੁਤ ਵਾਹ ਅੱਛਾ। ਵਾਹ। ਇੱਕ ਛੋਟੀ ਬਹੁਤ ਜਿਹੀ ਅੱਛੇ ਨਜ਼ਮ। ਬਹੁਤ ਅੱਛੇ बहुत ਮਿਹਰਬਾਨੀ अच्छे ਮਿਹਰਬਾਨੀ ਜੀ बहुत ਡਾਕਟਰ ਮੋਹਨਜੀਤ ਜੀ, ਬੜੀ ਮਿਹਰਬਾਨੀ ਜਗਦੀਪ। ये बहुत बहुत अच्छी कविता है। ਥੈਂਕ ਬਹੁਤ ਯੂ, ਵਧੀਆ। ਬੜੀ ਮਿਹਰਬਾਨੀ ਜੀ, ਬਹੁਤ ਧੰਨਵਾਦ। ਇੱਕ ਨਜ਼ਮ ਮੈਂ ਛੋਟੀ ਜਿਹੀ ਹੋਰ ਬੋਲਣ ਲੱਗਿਆ। ਸਫ਼ਰ। ਚਲੋ ਮੈਂ ਨਹੀਂ ਲਿਖਦਾ ਰਾਹਾਂ ਦੀਆਂ ਦੁਸ਼ਵਾਰੀਆਂ ਬਾਰੇ। हाँ 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 हाँ। ਚਲੋ ਮੈਂ ਨਹੀਂ ਲਿਖਦਾ ਰਾਹਾਂ ਦੀਆਂ ਦੁਸ਼ਵਾਰੀਆਂ ਬਾਰੇ। ਪਰ ਕੀ ਕਰਾਂ ਉਸ ਸਫ਼ਰ ਗਾਥਾ ਦਾ ਜੋ ਉਕਰੀ ਪਈ ਪੈਰਾਂ ਦੀਆਂ ਵਿਆਹੀਆਂ ਵਿੱਚ। ਬਹੁਤ ਖੂਬ। वाह ਬਹੁਤ ਖੂਬ। वाह वाह। ਚਲੋ ਮੈਂ ਨਹੀਂ ਲਿਖਦਾ ਰਾਹਾਂ ਦੀਆਂ ਦੁਸ਼ਵਾਰੀਆਂ ਬਾਰੇ। ਪਰ ਕੀ ਕਰਾਂ ਉਸ ਸਫ਼ਰ ਗਾਥਾ ਦਾ ਜੋ ਉਕਰੀ ਪਈ ਪੈਰਾਂ ਦੀਆਂ ਵਿਆਹੀਆਂ ਵਿੱਚ। ਬਹੁਤ ਖੂਬ। ਪਲਕਾਂ ਭਰਾਂ ਤਾਂ ਮਜ਼ਾਕ ਕਰਦੀਆਂ ਨੇ ਹਵਾਵਾਂ। ਖਿੜਖਿੜ ਹੱਸਾਂ ਤਾਂ ਇਤਰਾਜ਼ ਕਰਦੀਆਂ ਨੇ ਦਰਗਾਹਾਂ। ਖੁਦ ਹੀ ਉਹ ਪਗਡੰਡੀ ਹਾਂ ਜਿਸ ਤੇ ਪੈੜਾਂ ਨਾਚ ਕਰਦੀਆਂ। ਖੁਦ ਹੀ ਉਹ ਪੈੜ ਹਾਂ ਜੋ ਤੜਫਦੀ ਹੈ ਪਗਡੰਡੀਆਂ ਤੇ। ਬਹੁਤ ਵਧੀਆ ਨਜ਼ਮਕਾਰੀ, ਬਹੁਤ ਵਧੀਆ। ਲੱਭਣ ਗਿਆ ਦੀ ਪੈੜ ਲੱਭਦਾ ਗੁਆ ਆਉਂਦਾ ਹਾਂ ਆਪਣੇ ਪੈਰ। ਹਾਸਿਆਂ ਦੇ ਸ਼ਗੂਫੇ ਵੇਚਦਾ ਖੱਟ ਲਿਆਉਂਦਾ ਹਾਦਸੇ। ਬਹੁਤ ਅੱਛਾ। ਕੌਣ ਜਾਣ ਸਕਿਆ ਦਰਦ ਦੇ ਦਰਿਆ ਦੀ ਗਹਿਰਾਈ ਪੱਤਣਾ ਤੇ ਪੈਰ ਡੋਬ ਕੇ। ਬਹੁਤ ਅੱਛਾ। ਕੌਣ ਜਾਣ ਸਕਿਆ वाह ਦਰਦ ਦੇ ਦਰਿਆ ਦੀ ਗਹਿਰਾਈ ਪੱਤਣਾ ਤੇ ਪੈਰ ਡੋਬ ਕੇ। ਪੀੜ ਕੋਈ ਸ਼ਤਰੰਜ ਨਹੀਂ ਕਿ ਵਿਛਾ ਦਿੱਤੀ ਜਾਏ ਹਰ ਮਹਿਫਿਲ ਵਿੱਚ। ਬਹੁਤ वाह ਅੱਛੇ। वाह ਕੌਣ वाह। ਜਾਣ ਸਕਿਆ ਦਰਦ ਦੇ ਦਰਿਆ ਦੀ ਗਹਿਰਾਈ ਪੱਤਣਾ ਤੇ ਪੈਰ ਡੋਬ ਕੇ। ਪੀੜ ਕੋਈ ਸ਼ਤਰੰਜ ਨਹੀਂ ਕਿ ਵਿਛਾ ਦਿੱਤੀ ਜਾਏ ਹਰ ਮਹਿਫਿਲ ਵਿੱਚ। ਪਹਿਲਾਂ ਮਾੜੇ ਦਿਨਾਂ ਲਈ ਬਚਾਏ ਅੱਥਰੂ ਚੁਰਾ ਲਏ ਸਮੁੰਦਰ ਨੇ। ਬਹੁਤ ਵਧੀਆ। ਤੇ ਫੇਰ ਚੰਗੇ ਦਿਨਾਂ ਦੇ ਹਾਸੇ ਖੋਹ ਲਏ ਮਲਾਹਾਂ ਨੇ। ਬਹੁਤ ਅੱਛੇ। ਪਹਿਲਾਂ ਮਾੜੇ ਦਿਨਾਂ ਲਈ ਬਚਾਏ ਅੱਥਰੂ ਚੁਰਾ ਲਏ ਸਮੁੰਦਰ ਨੇ। ਫੇਰ ਚੰਗੇ ਦਿਨਾਂ ਦੇ ਹਾਸੇ ਖੋਹ ਲਏ ਮਲਾਹਾਂ ਨੇ। ਆਪਣੇ ਦਰਦ ਨੂੰ ਦਵਾ ਬਣਾਉਣਾ ਤੇ ਸ਼ਾਂਤ ਹੋ ਜਾਣਾ ਖੂਬਸੂਰਤ ਧੋਖਾ ਹੈ ਆਪਣੇ ਆਪ ਨਾਲ ਆਪਣੀ ਜਾਤ ਨਾਲ। ਬਹੁਤ ਵਧੀਆ। हाँ हाँ वाह वाह ਆਪਣੇ ਦਰਦ वाह। ਨੂੰ ਦਵਾ ਬਣਾਉਣਾ ਤੇ ਸ਼ਾਂਤ ਹੋ ਜਾਣਾ ਖੂਬਸੂਰਤ ਧੋਖਾ ਹੈ ਆਪਣੇ ਆਪ ਨਾਲ ਆਪਣੀ ਜਾਤ ਨਾਲ। ਸਾਰੀ ਰਾਤ ਚਰਖਾ ਚੱਲਦਾ ਰਹਿੰਦਾ ਸਵੇਰ ਨੂੰ ਛਿੱਕੂ ਭਰ ਜਾਂਦਾ ਦਰਦ ਦੇ ਗਲੋਟਿਆਂ ਨਾਲ। ਹਾਂ ਹਾਂ, ਬਹੁਤ ਅੱਛੇ। वाह वाह वाह, बहुत अच्छे ਸਾਰੀ दर्शक। ਰਾਤ ਚਰਖਾ ਚੱਲਦਾ ਰਹਿੰਦਾ वाह, ਸਵੇਰ ਨੂੰ ਛਿੱਕੂ ਭਰ ਜਾਂਦਾ ਦਰਦ ਦੇ ਗਲੋਟਿਆਂ ਨਾਲ। वाह, ਰੋਣ ਲਈ ਜ਼ਰੂਰੀ ਨਹੀਂ ਹੁੰਦਾ ਅੱਖਾਂ 'ਚ ਸਮੁੰਦਰ ਭਰਨਾ ਪਰ ਹੱਸਣ ਲਈ ਬਹੁਤ ਜ਼ਰੂਰੀ ਹੈ ਸਮੁੰਦਰ ਦਾ ਮਜ਼ਾਕ ਸਮਝਣਾ। ਬਹੁਤ ਅੱਛੇ। वाह 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 वाह, वाह ਰੋਣ ਲਈ वाह ਜ਼ਰੂਰੀ ਨਹੀਂ वाह ਹੁੰਦਾ ਅੱਖਾਂ 'ਚ ਸਮੁੰਦਰ वाह। ਭਰਨਾ ਪਰ ਹੱਸਣ ਲਈ ਬਹੁਤ ਜ਼ਰੂਰੀ ਹੈ ਸਮੁੰਦਰ ਦਾ ਮਜ਼ਾਕ ਸਮਝਣਾ।
कैसा गेड़ है वक्त दे पहिए दा मोहनजीत जी, कैसा गेड़ है वक्त दे पहिए दा, खास मलाहां दी उड़ीक भी मुक चली। बहुत अच्छे। कल मैं तिरहाई नदी विच डोल आया सा भरियां पलकां, बहुत अच्छे। अज बुझदी नहीं मेरी प्यास, सारी नदी पी के भी। कल मैं तिरहाई नदी विच डोल आया सा भरियां पलकां, अज बुझदी नहीं मेरी प्यास, पूरी नदी पी के भी। पीले इकट्ठे करन दे आहर विच लग्या रहा, पंछी सारा समान परां ते रख प्रवास पर गया। बहुत अच्छे। चलो मैं नहीं लिखदा राहां दियां दुश्वारियां बारे, पर की करा उस सफर गाथा दा जो उकरी पई बहरां दियां ब्याहियां विच। की करा उस सफर गाथा दा जो उकड़ी पई पैरां दियां ब्याहियां विच। वाह वाह शुक्रिया जी, बड़ी वाह मेहरबानी। भाई दर्शन वधिया नज़मां ने। हाँ। मेहरबानी मोहनजीत जी, बड़ी मेहरबानी सारे मित्रां दी। जफर साहब बहुत वधिया। ते एक नज़म छोटी जी मैं खड़ामा चो पढ़ना चाहांगा, मोहनजीत ने सुनी हुई है। हाँ, ते वो मैं जरूर पढ़ना चाहना अज दे समय, क्योंकि आ करोना बारे जे वो पढ़ पढ़ असीं फेसबुक ते थक हाँ जी, गए। हाँ जी, बहुत नज़मां पढ़ियां ने बंदा होर ते थोड़ा फ्रस्ट्रेट हो जांदा। हाँ नਵੇਂ जे रंग दियां नज़मां मैं पढ़ जी लग्या। जी जी। कविता है अजकल मेरी कविता, चिरां तो करदी ढोए दरां ते एक दस्तक दी उडीक। बूहे अजकल कौन खड़काउंदा है। मेरी कविता, चिरां तो करदी ढोए दरां ते एक दस्तक दी उडीक। बूहे अजकल कौन खड़काउंदा है। बहुत अच्छा। मेरी कविता, निकल तुरदी इकल्ली रिश्तियां नूं झकानी दे के एहसास दी तलाश विच। मेरी कविता, निकल तुरदी इकल्ली रिश्तियां नूं झकानी दे के एहसास दी तलाश विच। एहसास अजकल किथे लभदा है। बहुत अच्छा। वाह 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 वाह, बहुत खूब। मेरी कविता, पालदी रहिंदी तुर गए मलाहां दियां पानी उत्ते पैड़ां। पैड़ां अजकल कौन समझदा है। बहुत। मेरी कविता, पालदी रहिंदी तुर गए मलाहां दियां पानी उत्ते पैड़ां। पैड़ां अजकल कौन समझदा है। बहुत कमाल। मेरी कविता नूं देर तो है महक भरे सजरे खत दी आस। मेरी कविता नूं देर तो है महक भरे सजरे खत दी आस। चिट्ठियां अजकल कौन लिखदा है। बहुत खूब। मेरी कविता, देख रही घरां अंदर कंध तो दी झाती मार। घरां च अजकल कौन रहिंदा है। ठीक है ठीक है। मेरी कविता, देख रही घरां अंदर कंध तो दी झाती मार। घरां च अजकल कौन रहिंदा है। वाह वाह, बहुत खूब। मेरी कविता, परत जांदी शब्दां दे ओले ओले अपनी ही जूह अंदर। कविता अजकल कौन लिखदा है। बहुत अच्छा। मेरी कविता, परत जांदी शब्दां दे ओले ओले अपनी ही जूह अंदर। कविता अजकल कौन लिखदा है। कौन पढ़दा है, कौन पढ़दा है। मेहरबानी, मैं 3 नज़मां नाल, छोटियां नज़मां नाल हाज़री लवाई है। बहुत बहुत शुक्रिया। शुक्रिया। बहुत खूबसूरत ਕਵਿਤਾਵਾਂ। ਬੁੱਟਰ ਹੋਰਾਂ ਨੂੰ ਸੁਣ ਕੇ ਤੁਹਾਨੂੰ ਪਤਾ ਲੱਗਦਾ ਹੈ ਕਿ ਅਨੁਭਵ ਦੀ ਸ਼ਾਇਰੀ ਕੀ ਹੁੰਦੀ ਹੈ ਤੇ ਨਜ਼ਮਕਾਰੀ ਕਿਸ ਤਰ੍ਹਾਂ ਹਿਰਦੇ ਵਿੱਚ ਉਤਰਦੀ ਹੈ। ਇਸ ਤੋਂ ਬਾਅਦ ਮੈਂ ਸੱਦਾ ਦੇਵਾਂਗਾ ਲਹਿੰਦੇ ਪੰਜਾਬ ਤੋਂ ਆਜ਼ਮ ਮਲਿਕ ਸਾਹਿਬ ਨੂੰ। ਆਜ਼ਮ ਮਲਿਕ ਸਾਹਿਬ ਨੂੰ ਅਸੀਂ ਉਹਨਾਂ ਦਾ ਨਾਮ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਸੁਣਦੇ ਆ ਰਹੇ ਹਾਂ, ਕਿਉਂਕਿ ਦੋਸਤਾਂ ਦੀ ਜਾਣਕਾਰੀ ਦੱਸਾਂ ਕਿ ਅੱਜ ਕੱਲ ਜੋ ਅਸੀਂ ਜ਼ਿਆਦਾਤਰ ਪੰਜਾਬ 'ਚ, ਚੜ੍ਹਦੇ ਪੰਜਾਬ 'ਚ ਜੋ ਟੈਕਨੋਲੋਜੀ ਅਸੀਂ ਦੇ ਰਾਹੀਂ ਅਸੀਂ ਜੁੜ ਰਹੇ ਹਾਂ ਆਪਸ ਕਰੋਨਾ ਟਾਈਮ 'ਚ, ਉਹ ਆਜ਼ਮ ਮਲਿਕ ਸਾਹਿਬ ਦਾ ਬਹੁਤ ਵੱਡਾ ਉਹ 'ਚ ਯੋਗਦਾਨ ਹੈ। ਇਹਨਾਂ ਨੇ ਆਪਣੇ ਪੱਲਿਓਂ ਪੇਡ ਯਾਨੀ ਕਿ ਸਿਸਟਮ ਲੈ ਕੇ ਵੀ ਦੋਸਤਾਂ ਨੂੰ ਮੁਹੱਈਆ ਕਰਵਾਇਆ
ਤੇ ਸਾਨੂੰ ਜੁੜਨ ਦਾ ਮੌਕਾ ਦਿੱਤਾ ਜੀ। ਇਹਨਾਂ ਦੇ 2 ਕਾਵਿ ਸੰਗ੍ਰਹਿ ਛਪੇ ਨੇ, ਆਪਣਾ ਸ਼ਾਹਮੁਖੀ ਚ ਸਾਈਂ ਸੁਨੇਹੜੇ ਘੱਲੇ ਤੇ ਨਾਲ ਮੇਰੇ ਕੋਈ ਚੱਲੇ। ਇਹ 2 ਇਹਨਾਂ ਦੇ ਕਾਵਿ ਸੰਗ੍ਰਹਿ ਨੇ। ਤੇ ਸਾਈਂ ਸੁਨੇਹੜੇ ਘੱਲੇ ਤਾਂ ਪੰਜਾਬੀ ਗੁਰਮੁਖੀ ਚ ਵੀ ਪ੍ਰਕਾਸ਼ਿਤ ਹੋ ਚੁੱਕਿਆ। ਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਆਪਣੀਆਂ ਨਜ਼ਮਾਂ ਨਾਲ ਸਾਨੂੰ ਸਰਸ਼ਾਰ ਕਰਨ। ਆਜ਼ਮ ਮਲਕ ਸਾਹਿਬ ਜੀ, ਬਹੁਤ ਧੰਨਵਾਦ ਜਗਦੀਪ ਸਿੰਘ ਜੀ। ਸ਼ੁਕਰੀਆ ਜੀ ਡਾਕਟਰ। ਆਓ ਜੀ ਮਲਕ ਸਾਹਿਬ। ਦਰਸ਼ਨ ਟ੍ਰੇਨੇ ਵੱਡੇ ਲਿਖਾਰੀਆਂ ਨਾਲ ਕਵੀਆਂ ਨੂੰ ਬੈਠਾ ਜੀ। ਮੈਂ ਸਭ ਤੋਂ ਪਹਿਲਾਂ ਜੀ ਹਾਂ ਸੂਰਜਾਂ ਦੇ ਵਾਰਸ ਦਾ, ਜਿਹੜਾ ਸਾਡਾ ਪੰਜਾਬੀ ਸੱਥ ਮੈਲਬੌਰਨ ਜਿਹੜੇ ਬਾਹ ਬੇਲੀ ਨੇ, ਕਿਉਂਕਿ ਬੇਲੀ ਰਲਣ ਤੇ ਫੇਰ ਹੀ ਗੱਲ ਬਣਦੀ ਏ, ਕੱਲਾ ਬੰਦਾ ਕੁਝ। ਤੇ ਮੈਂ ਕੁਝ ਆਪਣੀਆਂ ਕਵਿਤਾ ਸਾਂਝੀਆਂ ਕਰਦਾ ਜੀ, ਔਰ ਇਹ ਬੜਾ ਚਾਅ ਹੈ ਕਿ ਅਸੀਂ ਸਾਰੇ ਪੰਜਾਬੀ ਆਮਣੇ ਸਾਹਮਣੇ ਬੈਠੇ ਹਾਂ। ਆਓ ਜੀ, ਆਓ ਜੀ। ਨੇੜੇ ਨੇੜੇ ਕਰ ਛੱਡਿਆ। ਤੇ ਮੈਂ ਜਦੋਂ ਇੱਕ ਪੱਗ ਵਾਲਾ ਬੇਲੀ ਸੱਜਣ ਵੇਖਣਾ, ਮੈਨੂੰ ਆਪਣੇ ਦਾਦਾ ਜੀ ਯਾਦ ਆ ਜਾਂਦੇ ਨੇ, ਕਿਉਂਕਿ ਬਾਬਾ ਜੀ ਪੱਗ ਬੰਨ੍ਹਦੇ ਸਨ ਤੇ ਪੱਗ ਦਾ ਬੜਾ ਇਹਤਰਾਮ ਮੇਰੇ ਦਿਲ 'ਚ। ਤੇ ਪੱਗ ਵਾਲੇ ਬੰਦੇ ਇੱਥੇ ਬੈਠੇ ਹੋਣ, ਮੈਨੂੰ ਲੱਗਦਾ ਵੀ ਕਿ ਮੈਂ ਇੱਥੇ ਕੀ ਪੜ੍ਹਨਾ, ਇੱਥੇ ਪੱਗ ਬੈਠੇ ਨੇ। ਤੇ ਮੈਂ ਸਰ ਆਪਣੀ ਕਵਿਤਾ ਸਾਂਝੀ ਕਰਨਾ ਤੁਹਾਡੇ ਨਾਲ ਜੀ, ਕਿ ਮੈਨੂੰ ਵਿੰਨਿਆ ਜੱਗ ਦੇ ਤਾਨਿਆ, ਮੈਨੂੰ ਜੱਗ ਦੇ ਤਾਨਿਆ, ਮੇਰਾ ਅੰਦਰ ਲੀਰੋ ਲੀਰ, ਮੈਨੂੰ ਕੌਲਾਂ ਕੈਦੀ ਕਰ ਲਿਆ, ਮੈਨੂੰ ਰਸਮਾਂ ਛੱਡਿਆ ਚੀਰ। ਬਹੁਤ ਅੱਛਾ। ਵਿੰਨਿਆ ਜੱਗ ਦੇ ਤਾਨਿਆ, ਮੇਰਾ ਅੰਦਰ ਲੀਰੋ ਲੀਰ, ਮੈਨੂੰ ਕੌਲਾਂ ਕੈਦੀ ਕਰ ਲਿਆ, ਮੈਨੂੰ ਰਸਮਾਂ ਛੱਡਿਆ ਚੀਰ। ਮੈਂ ਅੱਧੋ ਰਾਣੀ ਹੋ ਗਈ, ਮੈਨੂੰ ਦੂਜੀ ਵਾਰ ਬਣਾ, ਮੇਰੇ ਦਿਲ ਜੀਵਨ ਦੇ ਚ। ਮੈਂ ਅੱਧੋ ਰਾਣੀ ਹੋ ਗਈ, ਮੈਨੂੰ ਦੂਜੀ ਵਾਰ ਬਣਾ, ਮੇਰੇ ਦਿਲ ਜੀਵਨ ਦੇ ਚਾਹ। ਜਿੱਥੇ ਬਹਿੰਦੇ ਪਾ ਗੱਲ ਵਕੜੀ, ਆ ਉਸੇ ਥਾਂ ਤੇ ਅੱਜ। ਜਿੱਥੇ ਬਹਿੰਦੇ ਪਾ ਗੱਲ ਵਕੜੀ, ਆ ਉਸੇ ਥਾਂ ਤੇ ਅੱਜ। ਮੁੜ ਰਲ ਮਿਲ ਕਰੀਏ, ਇੱਕ ਮਿੰਟ, ਮੁੜ ਕਾਬਾ ਤੱਕੀਏ ਇਸ਼ਕ ਦਾ, ਸੌਰੀ ਜੀ। ਜਿੱਥੇ ਬਹਿੰਦੇ ਪਾ ਗੱਲ ਵਕੜੀ, ਆ ਉਸੇ ਥਾਂ ਤੇ ਅੱਜ। ਮੁੜ ਕਾਬਾ ਤੱਕੀਏ ਇਸ਼ਕ ਦਾ, ਮੁੜ ਰਲ ਮਿਲ ਕਰੀਏ ਹੱਜ। ਮੈਨੂੰ ਕਰਕੇ ਸੱਦ ਵਰਾਗ ਦੇ, ਮੇਰੀ ਉਜੜੀ ਝੋਕ ਵਥਾ, ਮੇਰੇ ਦਿਲ ਜੀਵਨ ਦੇ ਚਾਹ। ਮੇਰੇ ਨੱਕ ਵਿੱਚ ਨਥਲੀ ਰੀਝਦੀ, ਨਹੀਂ ਭੋਏ ਤੇ ਟਿਕਦੇ ਪੈਰ। ਮੇਰੇ ਨੱਕ ਵਿੱਚ ਨਥਲੀ ਰੀਝਦੀ, ਨਹੀਂ ਭੋਏ ਤੇ ਟਿਕਦੇ ਪੈਰ। ਕੰਨਾਂ ਦੇ ਝੁਮਕੇ ਆਖਦੇ, ਝੱਟ ਠਹਿਰੋ ਵੇਲਿਆ ਠਹਿਰ। ਮੈਨੂੰ ਆਜ਼ਮ ਜਿਹੜੇ ਤੱਕਣਾ, ਮੇਰਾ ਜੋ ਕਿਹੜੇ ਭਾ, ਮੇਰੇ ਦਿਲ ਜੀਵਨ ਦੇ ਚਾਹ, ਮੇਰੇ ਦਿਲ ਜੀਵਨ ਦੇ ਚਾਹ। ਬਹੁਤ ਅੱਛਾ, ਬਹੁਤ ਅੱਛਾ। ਆਪਣਾ ਸਟਾਈਲ ਹੈ। ਨਹੀਂ ਰਿਦਮ ਦੀ ਕਵਿਤਾ ਬਹੁਤ ਕਮਾਲ ਜੀ, ਬੜੀ ਮੁਹੱਬਤ। ਰਿਦਮ ਦੀ ਵੀ ਹੈ, ਪਰ ਸ਼ਬਦਾਵਲੀ ਔਰ ਅੰਦਾਜ਼ ਇਹਨਾਂ ਦਾ ਆਪਣਾ ਜੀ। ਨਹੀਂ ਤੁਹਾਡੀ, ਔਰ ਇਹ ਸਾਰੀ ਪੰਜਾਬੀ ਕਵਿਤਾ ਦੀ ਅਮੀਰੀ ਹੈ। ਬਿਲਕੁਲ। ਇੱਕ ਕਵਿਤਾ ਹੋਰ ਸਾਂਝੀ ਕਰਨਾ ਜੀ, ਉਹਦਾ ਨਾਂ ਹੈ ਆਜ਼ਾਦੀ ਜੀ। ਹਾਂਜੀ ਜੀ। ਰੂਹ ਦਾ ਪੰਛੀ ਜੁੱਸੇ ਦੇ ਵਿੱਚ ਚੁੱਪ ਚਪੀਤਾ ਬੈਠਾ ਰਹਿੰਦਾ ਜੀ। ਜੁੱਸੇ ਦੇ ਵਿੱਚ ਚੁੱਪ ਬੈਠਾ ਰਹਿੰਦਾ, ਵੇਲੇ ਦੇ ਫੱਟ ਹਿੱਕ ਤੇ ਸਹਿੰਦਾ। ਤੇ ਆਖਰ ਇੱਕ ਦਿਨ ਛੱਡ ਕੇ ਪਿੰਜਰਾ, ਹੋਰ ਕਿਤੇ ਬਣ ਕੈਦੀ ਜਾਂਦਾ। ਇੱਕ ਦਿਨ ਛੱਡ ਕੇ ਪਿੰਜਰਾ, ਹੋਰ ਕਿਤੇ ਬਣ ਕੈਦੀ ਜਾਂਦਾ। ਇੱਕ ਪਿੰਜਰੇ ਤੋਂ ਦੂਜਾ ਪਿੰਜਰਾ, ਦੂਜੇ ਤੋਂ ਫਿਰ ਤੀਜਾ ਹੋਰ। ਅੱਛਾ। ਇੱਕ ਪਿੰਜਰੇ ਤੋਂ ਦੂਜਾ ਪਿੰਜਰਾ, ਦੂਜੇ ਤੋਂ ਫਿਰ ਤੀਜਾ ਹੋਰ। ਕੈਦ ਖੜੇ ਤਕਦੀਰਾਂ ਵਿੱਚ, ਆਜ਼ਾਦੀ ਜ਼ੰਜੀਰਾਂ ਵਿੱਚ। ਕੈਦ ਖੜੇ ਤਕਦੀਰਾਂ ਵਿੱਚ, ਆਜ਼ਾਦੀ ਜ਼ੰਜੀਰਾਂ ਵਿੱਚ। ਲੱਖ ਤਰਲੇ ਪਿਆ ਪਾਵੇ ਪੰਛੀ, ਕਿੱਧਰ ਨੂੰ ਉੱਡ ਜਾਵੇ ਪੰਛੀ। ਬਹੁਤ ਅੱਛੇ। ਵਾਹ ਵਾਹ ਵਾਹ। ਇੱਕ ਕਵਿਤਾ ਮੇਰੀ ਜੀ, ਸਾਈਂ ਸੁਨੇਹੜੇ ਘੱਲੇ, ਜਿਹਦੇ ਨਾਂ ਤੇ ਮੇਰੀ ਕਿਤਾਬ ਦਾ ਨਾਂ ਹੈ। ਔਰ ਇਹ ਮੈਂ ਨਾਂ ਲਿਆ ਸ਼ਾਹ ਹੁਸੈਨ ਹੋਰਾਂ ਦੀ ਸ਼ਾਇਰੀ ਚੋਂ, ਜਿਹੜਾ ਉਹਨਾਂ ਦਾ ਸ਼ੇਰ ਹੈ ਕਿ ਰਾਂਝਣ ਯਾਰ ਤਬੀਬ ਸੁਣੀ ਦਾ। ਸ਼ਾਹ ਹੁਸੈਨ ਦਾ ਸ਼ੇਰ ਜਿੱਥੋਂ ਮੈਂ ਨਾਂ ਲਿਆ, ਰਾਂਝਣ ਯਾਰ ਤਬੀਬ ਸੁਣੀ ਦਾ, ਮੈਂ ਤਨ ਦਰਦ ਅਵੱਲੇ, ਕਹੇ ਹੁਸੈਨ ਪੀਰ ਨਮਾਣਾ, ਸਾਈਂ ਸੁਨੇਹੜੇ ਘੱਲੇ। ਬਹੁਤ ਅੱਛੇ, ਬਹੁਤ। ਉਹ ਸਾਈਂ ਸੁਨੇਹੜੇ ਘੱਲੇ ਤੇ ਮੈਂ ਇੱਕ ਕਵਿਤਾ ਲਿਖੀ ਜੀ, ਤੁਹਾਡਾ ਸਾਂਝੀ ਕਰਨਾ,
ਜੀ ਕਿ ਕੰਧਾਂ ਦੇ ਗੱਲ ਅਲੱਗ ਰੋਵਾਂ, ਕੰਧਾਂ ਦੇ ਗੱਲ ਅਲੱਗ ਰੋਵਾਂ, ਬੂਹੇ ਬੰਦ ਤੇ ਸੁੰਜੀਆਂ ਗਲੀਆਂ, ਖਾਲੀ ਸ਼ਹਿਰ ਨੇ ਯਾਰਾਂ। ਕੰਧਾਂ ਦੇ ਗੱਲ ਅਲੱਗ ਰੋਵਾਂ, ਬੂਹੇ ਬੰਦ ਤੇ ਸੁੰਜੀਆਂ ਗਲੀਆਂ, ਖਾਲੀ ਸ਼ਹਿਰ ਨੇ ਯਾਰਾਂ ਤੋਂ, ਥਾਵਾਂ ਸਭੇ ਪੱਕੀਆਂ ਜਾਪਣ, ਪਿਛਲ ਪੈਰੀਆਂ ਮੁੜ ਮੁੜ ਝਾਕਣ। ਥਾਵਾਂ ਸਭੇ ਪੱਕੀਆਂ ਜਾਪਣ, ਪਿਛਲ ਪੈਰੀਆਂ ਮੁੜ ਮੁੜ ਝਾਕਣ, ਪੜ ਪੜ ਹਾਂ ਤੇ ਫੂਕਾ ਮਾਰਾਂ, ਕੋਈ ਦਮ ਦਰੂਦ ਨਾ ਚੱਲੇ। ਪੜ ਪੜ ਤੇ ਫੂਕਾ ਮਾਰਾਂ, ਕੋਈ ਦਮ ਦਰੂਦ ਨਾ ਚੱਲੇ, ਮੇਰਾ ਇਹ ਬਸ ਤੁਹਾਡਾ ਸਾਈਂ ਸੁਨੇੜੇ ਕੱਲੇ। ਬਹੁਤ ਅੱਛਾ, ਬਹੁਤ ਅੱਛਾ, ਵਾਹ 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 ਵਾਹ, ਬਹੁਤ ਮਿਹਰਬਾਨੀ ਜੀ। ਆਪਣਾ ਅੰਦਾਜ਼ ਹੈ ਜੀ ਤੁਹਾਡੀ ਬਿਲਕੁਲ ਬਿਲਕੁਲ ਬਿਲਕੁਲ। ਆਜ਼ਮ ਮਲਿਕ ਸਾਹਿਬ, ਤੁਸੀਂ ਇੱਕ ਨਵਾਂ ਰੰਗ ਅੱਜ ਦੀ ਮਹਿਫਿਲ ਵਿੱਚ ਭਰਿਆ, ਬਹੁਤ ਬਹੁਤ ਸ਼ੁਕਰੀਆ। ਹੁਣ ਜਿਸ ਸ਼ਾਇਰ ਨੂੰ ਮੈਂ ਸੱਦਾ ਦੇਵਾਂਗਾ, 5.5 ਦਹਾਕੇ ਤੋਂ ਪੰਜਾਬੀ ਕਵਿਤਾ ਵਿੱਚ ਉਹਨਾਂ ਦੀ ਗਹਿਰੀ ਛਾਪ ਹੈ। ਉਹਨਾਂ ਨੇ ਅਲੱਗ-ਅਲੱਗ ਸ਼ੈਲੀ 'ਚ ਕਵਿਤਾ ਲਿਖੀ, ਜਿਵੇਂ ਉਹਨਾਂ ਨੇ ਕਾਵ ਚਿੱਤਰ ਪੰਜਾਬੀ 'ਚ ਪਹਿਲੇ ਸਮੁੱਚੇ ਤੌਰ ਤੇ ਕਾਵ ਚਿੱਤਰ ਜਿਨ੍ਹਾਂ ਨੇ ਲਿਖੇ ਉਹ ਡਾਕਟਰ ਮੋਹਨਜੀਤ ਜੀ ਨੇ, ਤੇ ਕੋਣੇ ਦਾ ਸੂਰਜ ਇੱਕੋ ਇੱਕ ਮੇਰੇ ਖਿਆਲ 'ਚ ਪੰਜਾਬੀ ਦੀ ਲੰਬੀ ਕਵਿਤਾ ਦੀ ਕਿਤਾਬ ਹੈ, ਤੇ ਜਿਨ੍ਹਾਂ ਨੂੰ ਇਹਨਾਂ ਨੂੰ ਭਾਰਤੀ ਸਾਹਿਤ ਅਕੈਡਮੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਤੇ ਇਹਨਾਂ ਨੇ ਕੁਝ ਕਿਤਾਬਾਂ ਦਾ ਸੰਪਾਦਨ ਵੀ ਕੀਤਾ ਹੈ, ਆਲੋਚਨਾ ਤੇ ਵੀ ਇਹਨਾਂ ਦਾ ਬਹੁਤ ਵੱਡਾ ਕੰਮ ਹੈ। ਅਨੁਵਾਦ ਦਾ ਵੀ ਇਹਨਾਂ ਨੇ ਮੈਂ ਦੇਖ ਰਿਹਾ 7-8 ਕਿਤਾਬਾਂ ਇਹਨਾਂ ਨੇ ਬਹੁਤ ਖੂਬਸੂਰਤ ਅਨੁਵਾਦ ਵੀ ਕੀਤੀਆਂ ਨੇ, ਤੇ ਪੰਜਾਬੀ ਕਵਿਤਾ ਦਾ ਮੁਨਾਰਾ ਕਹਿ ਸਕਦੇ ਇਹਨਾਂ ਨੂੰ ਅਸੀਂ। ਮੇਰੀ ਦਰਖਾਸਤ ਹੈ ਡਾਕਟਰ ਕਿ ਅੱਜ ਤੁਸੀਂ ਆਪਣੀਆਂ ਅਲੱਗ-ਅਲੱਗ ਰੰਗ ਦੀਆਂ ਕਵਿਤਾਵਾਂ। ਬਿਲਕੁਲ ਸਹੀ ਗਜ਼ਲ ਜ਼ਰੂਰ ਸੁਣਾਓ ਜੀ ਆਪਣੀ। ਡਾਕਟਰ ਮੋਹਨ ਜੀ ਗਜ਼ਲ ਜ਼ਰੂਰ ਸੁਣਾਓ। ਮੈਂ ਇਹਨਾਂ ਦਿਨਾਂ ਦੇ ਵਿੱਚ, ਲਾਕਡਾਊਨ ਦੇ ਦਿਨਾਂ ਦੇ ਵਿੱਚ, ਇੱਕ ਲੰਬੀ ਨਜ਼ਮ ਲਿਖਣ ਦੀ ਆਰਜ਼ੂ ਸਾਂ। ਜਿਸ ਤਰ੍ਹਾਂ ਦੇ ਮੁਲਕ ਦੇ ਵਿੱਚ ਹਾਲਾਤ ਚੱਲ ਰਹੇ ਤੁਸੀਂ ਜਾਣਦੇ ਹੋ, ਇਸ ਸਾਰੇ ਹਾਲਾਤ ਨੂੰ ਲੈ ਕੇ ਤੇ ਮੈਂ ਇੱਕ ਲੰਬੀ ਨਜ਼ਮ ਲਿਖਣ ਦੇ ਆਰਜ਼ੂ ਸਾਂ। ਪਰ ਮੈਨੂੰ ਸਵੇਰੇ ਕਹਿਣ ਲੱਗੇ ਜਗਦੀਪ ਹੋਰੀ, ਬਈ ਭਾਈ ਨਵੇਂ ਲੋਕਾਂ ਨੇ ਵੇਖਣਾ ਕਿ ਕੋਈ ਪੁਰਾਣੇ ਰੰਗ ਦੀ ਚੀਜ਼ ਵੀ ਹੋਣੀ ਚਾਹੀਦੀ ਹੈ। ਤਾਂ ਮੈਂ ਕੋਸ਼ਿਸ਼ ਕਰਦਾ ਹੈ ਕਿ ਤੁਹਾਨੂੰ ਕੁਝ ਗਜ਼ਲ ਦੇ ਸ਼ੇਰ ਵੀ ਸੁਣਾਵਾਂ, ਤੁਹਾਨੂੰ ਆਪਣੇ ਸਟਾਈਲ ਦੇ ਵਿੱਚ, ਆਪਣੇ ਸਟਾਈਲ 'ਚ ਨਹੀਂ, ਇਹ ਮੈਂ ਨਵਾਂ ਸਟਾਈਲ ਬਣਾਇਆ, ਇੱਕ ਵਿਅਕਤੀ ਚਿੱਤਰ ਵੀ ਸੁਣਾਵਾਂ, ਇੱਕ ਕਵਿਤਾ ਵੀ ਸੁਣਾਵਾਂ। ਤੋਂ ਰਲ ਮਿਲ ਕੇ ਬੁੱਟਰ ਸਾਹਿਬ, ਅੱਜ ਤੁਸੀਂ ਵਧੀਆ, ਤੁਸੀਂ ਆਏ ਹੋਏ ਹੋ, ਸਾਰੇ ਰੰਗ ਮੈਂ ਤੁਹਾਨੂੰ ਬਿਲਕੁਲ ਦੇਖੋ। ਪਹਿਲੋਂ ਤਾਂ ਮੈਂ ਇਹ ਤੁਹਾਨੂੰ ਦੱਸਦਾ ਬਈ ਗਜ਼ਲ ਦਾ ਰੰਗ ਦੱਸਾਂ ਜੀ। ਉਹਨਾਂ ਜ਼ਮਾਨਿਆਂ ਦੇ ਵਿੱਚ ਜਦੋਂ ਅਸੀਂ ਗਜ਼ਲ ਲਿਖਦੇ ਸੀ, ਹੁਣ ਵੀ ਲਿਖ ਲਈ ਸੀ, ਕਦੀ ਫੁੱਲ ਦਾ ਰੰਗ ਵੀ ਦੱਸ ਦੇਣਾ। ਤੇ ਪਹਿਲਾਂ ਵੀ ਜਿਹੜਾ ਸੀ ਉਹ ਮੈਂ ਤੁਹਾਨੂੰ 2-4 ਸ਼ੇਰ ਬਹੁਤ ਉਹ ਇਹ ਸੀ ਬਈ, ਕਈ ਵਾਰੀ ਤਾਂ ਇਸ ਤਰ੍ਹਾਂ ਵੀ ਗੱਲ ਹੋਈ। ਅੱਛਾ। ਕਈ ਵਾਰੀ ਤਾਂ ਇਸ ਤਰ੍ਹਾਂ ਵੀ ਗੱਲ ਹੋਈ, ਪੱਥਰ ਦੀ ਇੱਕ ਸੇੜ ਪਿਘਲ ਕੇ ਜਲ ਹੋਈ। ਪੱਥਰ ਦੀ ਇੱਕ ਸੇੜ ਪਿਘਲ ਕੇ ਜਲ ਹੋਈ। ਤੇਰੇ ਨਾਲ ਜੋ ਅੱਜ ਹੋਈ ਕੀ ਵੱਖਰੀ ਏ। ਆਪਣੇ ਆਪ ਨੂੰ ਕਿਹਾ, ਤੇਰੇ ਨਾਲ ਜੋ ਅੱਜ ਹੋਈ ਕੀ ਵੱਖਰੀ ਏ, ਸਾਡੇ ਨਾਲ ਇਹ ਭਰੀ ਸਭਾ ਵਿੱਚ ਕੱਲ ਹੋਈ। ਤੇਰੇ ਨਾਲ ਜੋ ਅੱਜ ਹੋਈ ਕੀ ਵੱਖਰੀ ਏ, ਸਾਡੇ ਨਾਲ ਇਹ ਭਰੀ ਸਭਾ ਵਿੱਚ ਕੱਲ ਹੋਈ। ਔਰ ਰਹਿੰਦੇ ਸਾਂ ਤਾਂ ਮਹਿਕਾਂ ਅਤੇ ਬਹਾਰਾਂ ਸਨ। ਜਗਦੀਪ ਜੀ, ਰਹਿੰਦੇ ਸਾਂ ਤਾਂ ਮਹਿਕਾਂ ਅਤੇ ਬਹਾਰਾਂ ਸਨ, ਔਰ ਤੁਰ ਆਏ ਤਾਂ ਬਸਤੀ ਹੀ ਦਲ ਦਲ ਹੋਈ।
बहुत अच्छे। और किथे जाके अपनी होंद, तुसी भी होंद बारे गल्लां करतियां अपना बुटर साहब, किथे जाके अपनी होंद लुका लईए, हर धरती ही शीशे दा है तल होई। किथे जाके अपनी होंद साहब, किथे जाके अपनी होंद लुका लईए, हर धरती शीशे दा है तल होई। बहुत वधिया। इथों मैं कविता शुरू की सी, इहो जी गजल तो ਜਾਂ ਇਹੋ ਜਿਹੇ ਗੀਤਾਂ ਤੋਂ। ਗੀਤ ਸੀ ਨਟਖਟ ਵਗਣ ਹਵਾਵਾਂ, ਦੀਵੇ ਡੋਲ ਰਹੇ, ਬੱਦਲ ਤੇ ਪਰਛਾਵੇਂ ਕਿਹਦੇ ਕੋਲ ਰਹੇ। ਨਟਖਟ ਵਗਣ ਹਵਾਵਾਂ, ਦੀਵੇ ਡੋਲ ਰਹੇ, ਬੱਦਲ ਤੇ ਪਰਛਾਵੇਂ ਕਿਹਦੇ ਕੋਲ ਰਹੇ। ਔਰ ਸੁਣਿਆ ਸਾਡੇ ਯਾਰ ਲਾਂਭਾ ਦਿੰਦੇ ਨੇ। ਸੁਣਿਆ ਮਲਕ ਸਾਹਿਬ, ਸੁਣਿਆ ਸਾਡੇ ਯਾਰ ਲਾਂਭਾ ਦਿੰਦੇ ਨੇ। ਕੈਸਾ ਮੂਰਖ ਹਰ ਪਲ ਦਿਲ ਦੇ ਕੋਲ ਰਹੇ। ਬਹੁਤ ਅੱਛੇ, ਬਹੁਤ ਸੁਣਿਆ ਸਾਡੇ ਯਾਰ ਲਾਂਭਾ ਦਿੰਦੇ ਨੇ। ਕੈਸਾ ਮੂਰਖ हर पल दिल दे कोल रहे। और एक चीज भी पता नहीं, हाँ अपना अनलिखिया भी अपना बोल रहे। असा किसी दे शिलालेख तो की लेना। कुछ लिखिया है कुछ वो भाई असी किसी दे शिलालेख तो की लेना। अपना अनलिखिया भी अपना बोल रहे। अपना अनलिखिया भी अपना बोल रहे। और पता नहीं किस तारे नालों टूटे। हाँ ना चौरस ना तीन नुकरे ना गोल ना गोल। दोबारा सुनाओ ये शेर, आखिरी शेर दोबारा सुनाओ जरा। पता नहीं डॉक्टर साहब, पता नहीं। वो कहते भी असी किसी दे शिलालेख तो की लेना। अपना अनलिखिया भी अपना बोल रहे। और पता नहीं किस तारे नालों टूटे। हाँ ना चौरस ना तीन नुकरे ना गोल रहे। बहुत बहुत प्यारा शेर है। बहुत बढ़िया। मैं ਅੱਜ ਆਵਾਜ਼ ਬੜੀ ਵਧੀਆ ਤੁਹਾਡੀ ਮੁੰਜੀ ਜੀ। ਕੋਈ ਤਰਨਮ ਚ ਵੀ ਸੁਣਾ ਦਿਓ ਬਿਸ਼ੱਕ ਬਾਅਦ ਚ। ਤੁਹਾਡੀ ਆਵਾਜ਼ ਬੜੀ ਸਾਫ਼ ਹੈ। ਜੇ ਤਰਨਮ ਦੇ ਵਿੱਚ ਪੈ ਗਿਆ ਤੇ ਤੁਹਾਨੂੰ ਪਤਾ ਵੀ ਉਹ ਘੁੰਮਣ ਘਰੀ ਦੇ ਵਿੱਚੋਂ ਉਹ ਨਿਕਲਿਆ ਨਹੀਂ ਜਾਂਦਾ ਹੁੰਦਾ। ਉਹ ਲੰਬਾ ਚੌੜਾ ਕੰਮ ਹੋ ਜਾਂਦਾ। ਮੈਂ ਤੁਹਾਨੂੰ ਅੱਜ ਮਾਫ ਕਰ ਦਿਓ। ਅੱਛਾ ਕੋਈ ਗੁਜ਼ਾਰਿਸ਼ ਹੈ। ਤੇ ਫਿਰ ਮੈਂ ਕਿਸੇ ਤਰਨਮ ਜੀ ਤੁਹਾਨੂੰ ਸੁਣਾਵਾਂਗਾ। ਪਰ ਅੱਜ ਦਾ ਰੰਗ ਵੀ ਅੱਜ ਮੇਰੀ ਗਜ਼ਲ ਜਿਹੜੀ ਆ ਉਹਦਾ ਰੰਗ ਕੀ ਆ, ਮੈਂ ਇਹ ਵੀ ਤੁਹਾਨੂੰ ਸੁਣਾਉਣਾ ਚਾਹੁੰਦਾ। ਜੇ ਮਿਲ ਗਈ ਹੈ ਦੋ ਤਿੰਨ ਸ਼ੇਰ ਜੀ। ਸਮੁੰਦਰ ਦੀ ਸਤ੍ਹਾ ਤੇ ਤਾਰਿਆਂ ਤੇ। ਅੱਛਾ ਇਹ ਸੁਣਨਾ ਗੁਰੂ ਸਾਹਿਬ। ਸਮੁੰਦਰ ਦੀ ਸਤ੍ਹਾ ਤੇ ਤਾਰਿਆਂ ਤੇ ਅੰਬਰਾਂ ਉੱਤੇ। ਅੱਛਾ ਜੇ ਨਾਂ ਲਿਖਣਾ ਹੀ ਹੈ ਤਾਂ ਚੰਨ ਦੀ ਦੀਵਾਰ ਤੇ ਲਿਖੀਏ। ਬਹੁਤ ਅੱਛੇ। ਸਮੁੰਦਰ ਦੀ ਸ਼ੇਰ ਸੁਣਨਾ। ਸਮੁੰਦਰ ਦੀ ਸਤ੍ਹਾ ਤੇ ਤਾਰਿਆਂ ਤੇ ਅੰਬਰਾਂ ਉੱਤੇ। ਜੇ ਨਾਂ ਲਿਖਣਾ ਹੀ ਹੈ ਤਾਂ ਚੰਨ ਦੀ ਦੀਵਾਰ ਤੇ ਲਿਖੀਏ। ਔਰ ਮੈਂ ਮੰਨਦਾ ਸ਼ੇਰ ਲਿਖਣਾ ਅੱਗ ਦੇ ਦਰਿਆ ਨੂੰ ਤਰਨਾ। ਮੈਂ ਮੰਨਦਾ ਸ਼ੇਰ ਲਿਖਣਾ ਅੱਗ ਦੇ ਦਰਿਆ ਨੂੰ ਤਰਨਾ ਹੈ। ਸ਼ੇਰ ਜਦ ਵੀ ਕਦੇ ਲਿਖੀਏ ਨਜ਼ਰ ਦੀ ਧਾਰ ਤੇ ਲਿਖ। ਸ਼ੇਰ ਜਦ ਵੀ ਕਦੇ ਲਿਖੀਏ, ਮੈਂ ਮੰਨਦਾ ਸ਼ੇਰ ਲਿਖਣਾ ਅੱਗ ਦੇ ਦਰਿਆ ਨੂੰ ਤਰਨਾ। ਸ਼ੇਰ ਜਦ ਵੀ ਕਦੇ ਲਿਖੀਏ ਨਜ਼ਰ ਦੀ ਧਾਰ ਤੇ ਲਿਖੀਏ। ਔਰ ਦਿਖਣਾ ਇੱਥੇ ਸ਼ੇਰ ਕਿ ਮਜ਼ਹਬ ਜੀ ਇਹ ਨਜ਼ਰੀਆ ਹੈ। ਇਹ ਅੱਜ ਹਰ ਜਿਹੜਾ ਬੰਦਾ ਸੋਚ ਵਾਲਾ ਉਹਦਾ ਇਹ ਨਜ਼ਰੀਆ ਹੈ ਕਿ ਮਜ਼ਹਬ ਰੂਹ ਦੀ ਦਹਲੀਜ਼ ਤੇ
दीवा मोहब्बत दा, मजहब रूह दी दहलीज दीवा मोहब्बत दा, इहदे गुंबद ते की लिखिए ते की मीनार पे लिखिए। वाह बहुत क्या बात है डॉक्टर साहब, बहुत गुंबद पे की लिखिए ते की मीनार पे लिखिए। और मजहब पर एक कोशिश थी कि तू मेरे जैसी जी खेर सीख भी तू मेरे इश्क नू जे बंदगी दा नाम देता है, तू मेरे इश्क नू जे बंदगी दा नाम देता है, तेरी इस दिल लगी ते जहाँ तेरे इतबार ते लिखिए, तेरी इस दिल लगी ते जे मुझे दिल लगी आ कि सचमुच ही तू ये कह रहे हैं कि वो ਹੁੰਦਾ है ना सब अपना मन दे विच भरम रहिंदा सारा। बड़ी नज़म में लंबी लिखनी थी, ओदा हुण एक छोटा जिहा टुकड़ा सामने दो नज़मां ਉਹਦੇ ਚ ਵਿਸ਼ੇਸ਼ ਕਰਕੇ ਲਿਖੀਆਂ ਸੀ। ਇੱਕ JNU ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੇ, ਔਰ ਇੱਕ ਸ਼ਾਹੀਨ ਬਾਗ ਤੇ। ਸ਼ਾਹੀਨ ਬਾਗ ਦਾ ਇਸ ਦਿਨਾਂ ਚ ਬੜਾ ਚਰਚਾ ਰਿਹਾ ਕਿ ਸ਼ਾਹੀਨ ਬਾਗ ਕੀ ਆ। ਸ਼ਾਹੀਨ ਬਾਗ ਨੂੰ ਮੈਂ ਆਪਣੀ ਕਵਿਤਾ ਦੇ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਸ਼ਾਹੀਨ ਬਾਗ ਮੇਰੇ ਲਈ ਜਾਂ ਸਾਰੇ ਜਿਹੜੇ ਵਿਚਾਰਵਾਨ ਜਾਂ ਬੁੱਧੀਜੀਵੀ ਅੱਜ ਸੁਣ ਰਹੇ ਨੇ, शाहीन बाग ये है। बिल्कुल जी बिल्कुल। शाहीन बाग गवाह है, शाहीन बाग गवाह है हक दा, न्याय दा, संविधान दा, सौंदर्ज दा, उस सब कुछ दा जो उस सब कुछ दा जो भी चंगा है, सोहना है, सुहाना है, सलीमत है, तरतीब विच है शाहीन बाग जी। और शाहीन बाग निशान है तबकियां दा, वेदियां दा, बस्तियां दा, तेरे मेरे वर्गियां दा। शाहीन बाग तेरे मेरे वर्गियां दा। शाहीन बाग प्रतीक है आजादी दा, आजादी बोलन दी, रल बैठन दी, विचारन दी, तुरन फिरन दी, मुहब्बत दी आजादी। शाहीन बाग, शाहीन बाग सत है, चौपाल है विचारकां दी, चिंतकां दी, मंच है, मैदान है बुद्धिमानां दा, लोकां दा, बच्चियां बिरदां जवानां दा, धीआं ध्यानियां ते मावां दा। शाहीन बाग बहुत अच्छा। शाहीन बाग प्रतीक है, शाहीन बाग प्रतीक है विरोध दा, विद्रोह दा, विरोध दा, प्रतिरोध दा, घोल दा, संघर्ष दा, गति दा, सदगति दा। शाहीन बाग बहुत खूब। और शाहीन बाग सौ है देशभक्तां, देशभक्तां, भगत सिंघां, गदरियां सिर तली ते धर के जूझण वालियां दी। शहीद बाग सौ है देशभक्तां, भगत सिंघां, गदरियां सिर तली ते धर के जूझण वालियां दी, शहीदां दी प्रतीक है शाहीन बाग। वाह वाह बहुत अच्छी। और शहीन बाग, बहुत अच्छे। शाहीन बाग, शाहीन बाग, शाहीन बाग जागदे लोकां दी भौं है। शाहीन बाग जागदे लोकां दी भौं है। जद भी कदे खतरे विच पैंदी आजादी, उठदे लोक दीवे चेतना दे बाल ते। जद भी कदे खतरे विच पैंदी आजादी, उठदे लोक दीवे चेतना दे बाल दे। तुरदे लैके मशालां शाहीन बाग, आउंदे ने शायर कहंदे कलाम। शाहीन बाग आउंदे ने शायर कहंदे कलाम, पढ़दे कवि कविता दे टुंबवे बंद। पढ़िया जांदा सूफियां दा कलाम, कव्वाल पढ़दे कव्वालियां
ਵਜਦ ਵਿੱਚ ਆਉਂਦੇ ਬਹੁਤ ਵਧੀਆ ਡਾਕਟਰ ਮੋਹਨ ਜੀ ਕੀ ਬਾਤ ਵਜਦ ਵਿੱਚ ਆਉਂਦੇ ਜਿਉੜੇ ਸ਼ਹੀਨ ਬਾਗ ਨਮਨ ਸ਼ਹੀਦ ਬਾਗ ਨਮਨ ਤਾਰੀਖ ਦੇ ਸੁਨਹਿਰੇ ਬਾਗ ਸ਼ਹੀਨ ਬਾਗ ਨਮਨ ਤਾਰੀਖ ਦੇ ਸੁਨਹਿਰੇ ਬਾਗ ਮੈਂ ਵੀ ਪੜਾਂਗਾ ਕਿਸੇ ਦਿਨ ਕਵਿਤਾ मैं भी पढ़ांगा किसी दिन कविता बोल आके शहीन बाग अपना डॉक्टर साहब बहुत बढ़िया कविता एक कविता और सुना देना बस एक कविता जी जी जरूर जरूर सुनाओ जी जरूर और ये ज्यादा होंगी है ना जी आप क्या सुनाई जाए नहीं कोई गल नहीं लोग तो बड़े प्यार में सुन रहे हैं ਅਸੀਂ ਵੀ ਚਾਹ ਰਹੇ ਹਾਂ ਇਸ ਕਰਕੇ ਮੈਂ ਸੁਣਾਓ ਡਾਕਟਰ ਸਾਹਿਬ ਹਾਂ ਜੀ ਇਹਨਾਂ ਨੇ ਇੱਕ ਦੱਸਿਆ ਕਿ ਮੈਂ ਕੁਝ ਚਿੱਤਰ ਵੀ ਲਿਖੇ ਨੇ ਜੀ ਇੱਕ ਚਿੱਤਰ ਐਸਾ ਹੈ ਜਿਹਦਾ ਨਾਂ ਕੋਈ ਨਹੀਂ ਤੇ ਤੁਸੀਂ ਆਪ ਹੀ ਬੁੱਝਿਓ ਵੀ ਇਹ ਚਿੱਤਰ ਕਿਹਦਾ ਹੋ ਸਕਦਾ ਇਸ ਕਰਕੇ ਮੈਂ ਤੁਹਾਨੂੰ ਸੁਣਾਉਣ ਲੱਗਾ ਨਵੇਂ ਦਾ ਨਵਾਂ ਜੀ ਇੰਜ ਲੱਗਦਾ ਹੈ ਜੋ ਕੁਝ ਉਹ ਕਹਿੰਦਾ ਹੈ ਉਹਦਾ ਅਰਥ ਉਹ ਨਾ ਹੋਵੇ ਅੱਛਾ ਇੰਜ ਲੱਗਦਾ ਹੈ ਜੋ ਕੁਝ ਉਹ ਕਹਿੰਦਾ ਹੈ ਉਹਦਾ ਅਰਥ ਉਹ ਨਾ ਹੋਵੇ ਉਹਦਾ ਅਰਥ ਉਹ ਨਾ ਹੋਵੇ ਉਹਦੇ ਮੂੰਹ ਮੰਗਲ ਸ਼ਬਦ ਅਮੰਗਲ ਲੱਗਦਾ ਹੈ ਅੱਛਾ ਉਹਦੇ ਮੂੰਹੋਂ ਮੰਗਲ ਸ਼ਬਦ ਅਮੰਗਲ ਲੱਗਦਾ ਹੈ ਨਮਨ ਚੋਂ ਦਮਨ ਦੀ ਗੰਧ ਆਉਂਦੀ ਹੈ ਅੱਛਾ ਉਹ ਬਾਰ-ਬਾਰ ਪਹਿਰਾਵਾ ਬਦਲਦਾ ਹੈ ਉਹ ਬਾਰ-ਬਾਰ ਪਹਿਰਾਵਾ ਬਦਲਦਾ ਹੈ ਜਿਵੇਂ ਖੁਦ ਤੇ ਬੇਵਿਸ਼ਵਾਸੀ ਹੋਵੇ ਉਹ ਬਾਰ-ਬਾਰ ਪਹਿਰਾਵਾ ਬਦਲਦਾ ਹੈ ਜਿਵੇਂ ਖੁਦ ਤੇ ਬੇਵਿਸ਼ਵਾਸੀ ਹੋਵੇ ਕਾਮੋਂ ਠੀਕ ਕਹਿੰਦਾ ਹੈ ਝੂਠ ਸੱਚ ਨੂੰ ਬਿਆਨ ना करना ही नहीं सुना जरा कामों ठीक कहता है झूठ सिर्फ सच नू बयान ना करना ही नहीं सच नू वधा चढ़ा के पेश करना भी झूठ है बहुत अच्छा सच नू वधा चढ़ा के पेश करना भी झूठ है बहुत वो बच्चियां नाल जो मन दियां गल्लां करदा है बच्चे कहंदे साडियां नहीं अच्छा बच्चियां नाल जो मन दियां गल्लां करदा है बच्चे कहंदे साडियां नहीं ਉਹਨੂੰ ਵੇਖ ਕੇ ਹੁਸੈਨ ਦੇ ਘੋੜੇ ਮੱਛਰ ਦੇ ਨੇ ਅੱਛਾ ਕੋਈ ਤਸਵੀਰ ਵੇਖੋ ਘੋੜੇ ਜਿਹੜੇ ਨੇ ਉਹ ਆਪਣੀ ਪੂਰੀ ਮਸਤੀ ਚ ਹੋਣਗੇ ਐਮਐਫ ਹੁਸੈਨ ਦੇ ਪੁੱਤਰ ਦੇਖ ਲਓ ਹੁਸੈਨ ਉਹਨੂੰ ਵੇਖ ਕੇ ਹੁਸੈਨ ਦੇ ਘੋੜੇ ਮੱਛਰ ਦੇ ਨੇ ਕਿਸੇ ਵੇਖਿਆ ਤੇ ਪੁੱਛਿਆ ਇਹ ਬੰਦੇ ਤੋਂ ਸੰਗਦੇ ਨੇ ਜਾਂ ਉਹਦੇ ਰੰਗ ਤੋਂ ਤੇ ਪੁੱਛਿਆ ਇਹ ਬੰਦੇ ਤੋਂ ਸੰਗਦੇ ਨੇ ਜਾਂ ਉਹਦੇ ਰੰਗ ਤੋਂ ਉਹ ਜੋ ਕੁਝ ਵੀ ਕਹਿੰਦਾ ਹੈ ਉਹਦਾ ਅਰਥ ਉਹ ਨਾ ਹੋਵੇ ਇੰਜ ਲੱਗਦਾ ਹੈ ਧੰਨਵਾਦ ਤੁਸੀਂ ਨਜ਼ਮਾਂ ਸੁਣੀਆਂ ਲੋੜ ਤੋਂ ਜ਼ਿਆਦਾ ਬਹੁਤ ਵਧੀਆ ਸਾਰੇ ਰੰਗ ਬੜੇ ਵਧੀਆ ਸੀ ਬਹੁਤ ਸ਼ੁਕਰੀਆ ਡਾਕਟਰ ਮੋਹਨ ਜੀ ਅਸੀਂ ਬੜੇ ਖੁਸ਼ ਨਸੀਬ ਹਾਂ ਕਿ ਅਸੀਂ ਡਾਕਟਰ ਮੋਹਨ ਜੀ ਹੋਰਾਂ ਨਾਲ ਕਵਿਤਾ ਪੜ੍ਹ ਰਹੇ ਹਾਂ ਇਹਨਾਂ ਨਾਲ ਵਿਚਰ ਰਹੇ ਹਾਂ ਤੇ ਬਹੁਤ ਸ਼ੁਕਰੀਆ ਡਾਕਟਰ ਮੋਹਨ ਜੀ ਹੁਣ ਅਸੀਂ ਸਮਾਪਨ ਵੱਲ ਵਧ ਰਹੇ ਹਾਂ ਤੇ ਮੇਰੇ ਖਿਆਲ ਚ ਮੈਨੂੰ ਵੀ ਆਪਣੀਆਂ 2-3 ਕਵਿਤਾਵਾਂ ਜ਼ਰੂਰ ਸੁਣਾ ਦੇਣੀਆਂ मेरी भी हाजिरी लग जाएगी जी जरूर जी कविता है जी कौन भुलन दिंदा है कौन भुलन हुण जद रिश्तियां दी इन्नी भीड़ है अच्छा हुण जद रिश्तियां दी इन्नी भीड़ है ਉਹ ਦਿਸਦੀ ਉਵੇਂ ਹੀ ਜਿਵੇਂ ਭੀੜ ਚ ਪਹਿਲੀ ਵਾਰ ਅੱਡੀਆਂ ਚੁੱਕ ਦੇਖਦੀ ਜਾਂ ਦਿਖਦੀ ਸੀ ਹੁਣ ਜਦ ਰਿਸ਼ਤਿਆਂ ਦੀ ਇੰਨੀ ਭੀੜ ਹੈ ਉਹ ਦਿਸਦੀ ਉਵੇਂ ਹੀ ਜਿਵੇਂ ਭੀੜ ਚ ਪਹਿਲੀ ਵਾਰ ਅੱਡੀਆਂ ਚੁੱਕ ਦੇਖਦੀ ਜਾਂ ਦਿਸਦੀ ਸੀ ਹੁਣ ਜਦ ਕਿਸੇ ਤੋਂ ਦੁਪੱਟਾ ਨਾ ਸੰਭਲਦਾ ਪਤਾ ਲੱਗ ਜਾਂਦਾ ਹਵਾ ਦੇ ਰੁੱਖ ਦਾ
हालात हालात इसदे काबू विच नहीं। हुण जद किसे तो दुपट्टा ना संभल दा पता लग जांदा हवा दे रुख दा, हालात इसदे काबू विच नहीं। हुण लोग जद करदे ने गिले, हुण लोग जद करदे ने गिले, ਉਹ ਜਾਂਦੀ ਵਾਰੀ ਨਾ ਮਿਲੇ। ਦੱਸਦਾ ਉਹਨਾਂ ਨੂੰ ਪਿਛਲੀ ਵਾਰ ਜਦ ਸੀ ਮਿਲੇ, ਪਿਛਲੀ ਵਾਰ ਜਦ ਸੀ ਮਿਲੇ ਉਹ ਜਾਂਦੀ ਵਾਰੀ ਹੀ ਸੀ। ਅੱਛਾ, ਵਾਹ 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 ਵਾਹ, ਬਹੁਤ ਅੱਛਾ, ਬਹੁਤ ਅੱਛਾ। ਯਾਦਾਂ ਨੂੰ ਕਦ ਕੋਈ ਰੁਲਣ ਦਿੰਦਾ ਹੈ, ਕੌਣ ਭੁੱਲਣ ਦਿੰਦਾ ਹੈ। ਬਹੁਤ ਅੱਛਾ, ਬਹੁਤ ਅੱਛਾ। ਹੋਰ ਕਵਿਤਾ ਜੀ सन 84 ਦੇ ਰॉयट्स ਤੇ ਇੱਕ ਨਜ਼ਮ ਹੈ ਜੀ, सन 84। ਆਦ ਮਾਨਵ ਥੋੜਾ ਸਿਆਣਾ ਹੋ ਚੁੱਕਾ ਸੀ। ਆਦ ਮਾਨਵ ਥੋੜਾ ਸਿਆਣਾ ਹੋ ਚੁੱਕਾ ਸੀ। ਉਸ ਪਹਿਲਾਂ ਅੱਗ ਦੀ ਖੋਜ ਕੀਤੀ, ਉਸ ਪਹਿਲਾਂ ਅੱਗ ਦੀ ਖੋਜ ਕੀਤੀ, ਫਿਰ ਪਹੀਆ ਬਣਾਇਆ। ਉਸ ਪਹਿਲਾਂ ਅੱਗ ਦੀ ਖੋਜ ਕੀਤੀ, ਫਿਰ ਪਹੀਆ ਬਣਾਇਆ। ਅਜੋਕਾ ਬੰਦਾ ਆਦ ਮਾਨਵ ਤੋਂ ਪਿਛਾਂ ਜੰਗਲੀ ਬਾਂਦਰ ਵੱਲ ਪਰਤ ਗਿਆ। ਅਜੋਕਾ ਬੰਦਾ ਆਦ ਮਾਨਵ ਤੋਂ ਪਿਛਾਂ ਜੰਗਲੀ ਬਾਂਦਰ ਵੱਲ ਪਰਤ ਗਿਆ। ਉਸ ਪਹੀਏ ਨੂੰ ਅੱਗ ਲਗਾ ਦਿੱਤੀ ਬੰਦੇ ਸਮੇਤ। ਉਸ ਪਹੀਏ ਨੂੰ ਅੱਗ ਲਗਾ ਦਿੱਤੀ ਬੰਦੇ ਸਮੇਤ। 3-4 ਮਿੰਟ ਹਜੇ ਘੰਟਾ ਹੋਣ ਚ ਪਏ ਨੇ ਤੇ ਇੱਕ ਨਜ਼ਮ ਮੈਂ ਤੁਹਾਨੂੰ ਸੁਣਾ ਭਾਈ। ਕਵਿਤਾ ਹੈ ਜੀ ਅਰਥ। ਅੱਛਾ, ਤੂੰ ਮਿਲਨ ਅਰਥ। ਡਾਕਟਰ ਮੋਹਨ ਜੀ ਅਰਥ। ਤੂੰ ਮਿਲਨ ਆਉਂਦਾ, ਤੂੰ ਮਿਲਨ ਆਉਂਦਾ, ਤੂੰ ਮਿਲਨ ਆਉਂਦਾ, ਤੇਰੇ ਨਾਲ ਗੱਲਾਂ ਕਰਦੀ ਦੀ ਕਿਹੀ ਭੁੱਖ ਹੁੰਦੀ। ਤੂੰ ਮਿਲਨ ਆਉਂਦਾ, ਤੇਰੇ ਨਾਲ ਗੱਲਾਂ ਕਰਦੀ ਦੀ ਕਿਹੀ ਭੁੱਖ ਹੁੰਦੀ। ਮੂੰਹ ਬੰਦ ਹੀ ਨਹੀਂ ਸੀ ਹੁੰਦਾ, ਮੂੰਹ ਬੰਦ ਹੀ ਨਹੀਂ ਸੀ ਹੁੰਦਾ। ਕੋਸੇ ਕੋਸੇ ਚਾਹ ਦੇ ਘੁੱਟ, ਕੋਸੇ ਕੋਸੇ ਚਾਹ ਦੇ ਘੁੱਟ ਨਾਲ ਤੇਰੇ ਚੁਸਕੀਆਂ ਨੇ ਹੁਣ। ਕੋਸੇ ਕੋਸੇ ਚਾਹ ਦੇ ਘੁੱਟ ਨਾਲ ਤੇਰੇ ਚੁਸਕੀਆਂ ਨੇ ਹੁਣ। ਚੁੰਮਣ ਸੀ ਲੱਗਦੇ ਕਦੇ, ਅੱਛਾ, ਚੁੰਮਣ ਸੀ ਲੱਗਦੇ ਕਦੇ। ਰਿਸ਼ਤਿਆਂ ਦੇ ਚੀਜ਼ਾਂ ਦੇ ਸਭ ਅਰਥ ਬਦਲ ਗਏ ਨੇ। ਰਿਸ਼ਤਿਆਂ ਦੇ ਚੀਜ਼ਾਂ ਦੇ ਸਭ ਅਰਥ ਬਦਲ ਗਏ ਨੇ। ਉਹ ਨਾਲ ਬੈਠਣਾ ਖੜੇ ਹੋਣਾ ਹੁੰਦਾ ਸੀ, ਉਹ ਨਾਲ ਬੈਠਣਾ ਖੜੇ ਹੋਣਾ ਹੁੰਦਾ ਸੀ। ਹੁਣ ਬੈਠਣਾ, ਵਾਹ, ਹੁਣ ਬੈਠਣਾ ਖੜੇ ਹੋਣਾ ਹੁੰਦਾ ਸੀ। ਬਹੁਤ ਵਧੀਆ। ਹੁਣ ਬੈਠਣਾ, ਹੁਣ ਬੈਠਣਾ ਸਿਰਫ ਬੈਠਣਾ ਹੀ ਹੈ। ਵਾਹ ਜੀ, ਵਾਹ ਜੀ ਵਾਹ, ਬਹੁਤ ਅੱਛਾ ਜਗਦੀਪ, ਬਹੁਤ ਅੱਛਾ। ਸ਼ੁਕਰਾਨਾ ਜੀ, ਸ਼ੁਕਰਾਨਾ। ਹੋਰ ਸੁਣਾ ਇੱਕ ਨਦੀ ਛੋਟੀ ਨਜ਼ਮ। ਹਾਂ ਸੁਣਾਓ ਸੁਣਾਓ ਸੁਣਾਓ। ਨਜ਼ਮਾਂ ਮੈਂ ਤੁਹਾਨੂੰ ਮੇਰੇ ਨੂੰ ਰੇਖਾ ਜੀ ਸੁਣਾ ਦਿਓ। ਹਾਂਜੀ, ਕਿਉਂ ਵੀ ਦੇਖਣਾ ਹੈ ਕਿਤਾਬ। ਨਹੀਂ ਨਹੀਂ ਸੁਣਾਉਣਗੇ, ਇਹ ਸੁਣਾਓ ਜਗਦੀਪ ਤਾਂ ਸੁਣਨਾ। ਕਿਉਂ ਵੀ ਦੇਖਣਾ ਹੈ ਮੇਰੀ ਕਿਤਾਬ ਚ ਇੱਕ ਨਜ਼ਮ ਸੀ ਹੈ, ਬੜੀ ਥੋੜੀ ਬਾਰੀਕ ਨਜ਼ਮ ਹੈ। ਭੀੜ ਹੱਥਾਂ ਵਿੱਚ ਇੱਟਾਂ ਰੋੜੇ ਕੱਚ ਦੇ ਟੁਕੜੇ ਸਰੀਏ ਲੈ। ਭੀੜ ਹੱਥਾਂ ਵਿੱਚ ਇੱਟਾਂ ਰੋੜੇ ਕੱਚ ਦੇ ਟੁਕੜੇ ਸਰੀਏ ਲੈ। ਹੁੜਦੰਗ ਮਚਾਉਂਦੀ ਵੱਧ ਰਹੀ ਸੀ ਘਰਾਂ ਵੱਲ। ਭੀੜ ਹੱਥਾਂ ਵਿੱਚ ਇੱਟਾਂ ਰੋੜੇ ਕੱਚ ਦੇ ਟੁਕੜੇ ਸਰੀਏ ਲੈ। ਹੁੜਦੰਗ ਮਚਾਉਂਦੀ ਵੱਧ ਰਹੀ ਸੀ ਘਰਾਂ ਵੱਲ। ਹੈ ਇਹ ਸਾਰਾ ਸਮਾਨ ਤਾਂ ਘਰ ਉਸਾਰਨ ਦੇ ਕੰਮ ਆਉਂਦਾ ਹੈ ਜੀ। ਬਹੁਤ ਅੱਛੇ, ਬਹੁਤ ਵਧੀਆ ਜਗਦੀਪ, ਬਹੁਤ ਜੀ ਸ਼ੁਕਰੀਆ ਜੀ, ਸ਼ੁਕਰੀਆ। ਚਲੋ ਇੱਕ ਨਜ਼ਮ ਮੈਂ ਸੁਣਾ ਕੇ ਫਿਰ ਆਪਾਂ ਇਸ ਕਵੀ ਦਰਬਾਰ ਦੀ ਸਮਾਪਤੀ ਕਰਾਂਗੇ। ਮੈਂ ਛੋਟੀ ਜੀ ਨਜ਼ਮ ਮੈਂ ਆਪਣੀ ਬੇਟੀ ਨੂੰ ਜ਼ਰੂਰ ਯਾਦ ਕਰਦਾ ਹੁੰਨਾ। ਵਾਹ ਵਾਹ ਵਾਹ, ਹਾਂ ਬਹੁਤ ਵਧੀਆ ਨਜ਼ਮ ਹੈ, ਬਹੁਤ ਪਿਆਰੀ ਨਜ਼ਮ ਹੈ। ਚਲੋ ਮੈਂ ਤੁਹਾਨੂੰ ਨਜ਼ਮ, ਮੈਨੂੰ ਸਿਫਾਰਿਸ਼ ਆ ਰਹੀ ਹੈ ਕਿ ਮੇਰਾ ਬੱਚਾ ਸੁਣਾਈ ਜਾਵੇ। ਥੋੜੀ ਲੰਬੀ ਹੈ ਤਾਂ ਜ਼ਰੂਰ, ਪਰ ਮੇਰਾ ਬੱਚਾ। ਪ੍ਰੈਗਨੈਂਸੀ ਚੈੱਕ ਕੀਤੀ, ਪ੍ਰੈਗਨੈਂਸੀ ਚੈੱਕ ਕੀਤੀ 2 ਲਾਈਨਾਂ। ਪ੍ਰੈਗਨੈਂਸੀ ਚੈੱਕ ਕੀਤੀ 2 ਲਾਈਨਾਂ ਪੋਜ਼ਿਟਿਵ। ਮੈਨੂੰ ਲੱਗਾ ਦੋਵੇਂ ਲਾਈਨਾਂ ਅਸੀਂ, ਮੈਨੂੰ ਲੱਗਾ ਦੋਵੇਂ ਲਾਈਨਾਂ ਅਸੀਂ ਹੋਏ ਹੋ ਕੋਲੇ ਕੋਲੇ। ਬੱਚੇ ਨੇ ਅਜੇ ਦੁਨੀਆ ਵਿੱਚ ਪੈਰ ਨਹੀਂ ਉਤਾਰੇ, ਬੱਚੇ ਨੇ ਅਜੇ ਦੁਨੀਆ ਵਿੱਚ ਪੈਰ ਨਹੀਂ ਉਤਾਰੇ। ਮੇਰੇ ਵੀ ਧਰਤੀ ਤੇ ਪੈਰ ਨਹੀਂ ਲੱਗ ਰਹੇ।
ਬੱਚੇ ਨੇ ਅਜੇ ਦੁਨੀਆ ਵਿੱਚ ਪੈਰ ਨਹੀਂ ਉਤਾਰੇ, ਮੇਰੇ ਵੀ ਧਰਤੀ ਤੇ ਪੈਰ ਨਹੀਂ ਲੱਗ ਰਹੇ। ਮੈਨੂੰ ਦੁਨੀਆ ਤੇ ਅੱਜ ਇੰਨਾ ਪਿਆਰ ਕਿਉਂ ਆ ਰਿਹਾ? ਮੈਨੂੰ ਦੁਨੀਆ ਤੇ ਅੱਜ ਇੰਨਾ ਪਿਆਰ ਕਿਉਂ ਆ ਰਿਹਾ? ਪਤਨੀ ਨੂੰ ਉਬਤ ਆਉਂਦੇ ਨੇ, ਪਤਨੀ ਨੂੰ ਉਬਤ ਆਉਂਦੇ ਨੇ, ਮੇਰਾ ਜੀ ਕਰਦਾ ਹੈ ਕੱਢ ਦੇਵਾਂ ਆਪਣੇ ਅੰਦਰੋਂ ਸੰਸਾਰ ਲਈ ਗਿਲੇ ਸ਼ਿਕਵੇ ਨਫ਼ਰਤ। ਪਤਨੀ ਨੂੰ ਉਬਤ ਆਉਂਦੇ ਨੇ, ਮੇਰਾ ਜੀ ਕਰਦਾ ਹੈ ਕੱਢ ਦੇਵਾਂ ਆਪਣੇ ਅੰਦਰੋਂ ਦੁਨੀਆ ਲਈ ਨਫ਼ਰਤ ਗਿਲੇ ਸ਼ਿਕਵੇ। ਭੈਣ ਮਾਂ ਸੱਸ ਕਹਿੰਦੀਆਂ 3 ਮਹੀਨੇ ਦੱਸਿਓ ਨਾ ਕਿਸੇ ਨੂੰ। ਭੈਣ ਮਾਂ ਸੱਸ ਕਹਿੰਦੀਆਂ 3 ਮਹੀਨੇ ਦੱਸਿਓ ਨਾ ਕਿਸੇ ਨੂੰ। ਮੈਨੂੰ ਲੱਗਾ ਸਾਰੀਆਂ ਮਾਵਾਂ ਬਣ ਗਈਆਂ, ਮੈਨੂੰ ਲੱਗਾ ਸਾਰੀਆਂ ਮਾਵਾਂ ਬਣ ਗਈਆਂ, ਸਾਂਭ ਰਹੀਆਂ ਬੱਚਾ ਆਪਣੇ ਆਪਣੇ ਤਰੀਕੇ ਨਾਲ। ਡਾਕਟਰ ਚੰਗੀ ਸਿਹਤ ਦੱਸਦੀ, ਵੱਧ ਪਾਣੀ ਪੀਣ ਦੀ ਹਿਦਾਇਤ ਕਰਦੀ। ਡਾਕਟਰ ਚੰਗੀ ਸਿਹਤ ਦੱਸਦੀ, ਵੱਧ ਪਾਣੀ ਪੀਣ ਦੀ ਹਿਦਾਇਤ ਕਰਦੀ। ਮੈਂ ਹੰਝੂਆਂ ਦਾ ਮੁਆਵਜ਼ਾ ਮਹਿਸੂਸ ਕਰਦਾ, ਘਰ ਦੀ ਸਾਰੀ ਚਕਤਰ ਕਰਦਾ। ਹੁਣ ਮੈਂ ਜਿਵੇਂ ਲੱਭ ਰਿਹਾ ਹੋਵਾਂ ਬੱਚੇ ਨੂੰ ਘਰ ਦੇ ਕੋਨਿਆਂ ਚੋਂ। ਘਰ ਦੀ ਸਾਰੀ ਚਕਤਰ ਕਰਦਾ, ਹੁਣ ਮੈਂ ਜਿਵੇਂ ਲੱਭ ਰਿਹਾ ਹੋਵਾਂ ਬੱਚੇ ਨੂੰ ਘਰ ਦੇ ਕੋਨਿਆਂ ਚੋਂ। ਪਤਨੀ ਦਾ ਪੇਟ ਵੱਡਾ ਹੋ ਰਿਹਾ, ਪਤਨੀ ਦਾ ਪੇਟ ਵੱਡਾ ਹੋ ਰਿਹਾ ਤੇ ਮੇਰਾ ਜਿਗਰਾ ਵੀ। ਪਤਨੀ ਦਾ ਪੇਟ ਵੱਡਾ ਹੋ ਰਿਹਾ ਤੇ ਮੇਰਾ ਜਿਗਰਾ ਵੀ। ਦੇ ਦਿਨਾ ਭਾਣ ਗਰੀਬ ਬੱਚਿਆਂ ਨੂੰ, ਦੇ ਦਿਨਾ ਭਾਣ ਗਰੀਬ ਬੱਚਿਆਂ ਨੂੰ। ਉੱਚੀ ਉੱਚੀ ਰੋਣ ਨੂੰ, ਉੱਚੀ ਉੱਚੀ ਰੋਣ ਨੂੰ ਚੰਗੇ ਅਰਥਾਂ ਵਿੱਚ ਵੀ ਲਿਆ ਜਾ ਸਕਦਾ ਹੈ। ਉੱਚੀ ਉੱਚੀ ਰੋਣ ਨੂੰ ਚੰਗੇ ਅਰਥਾਂ ਵਿੱਚ ਵੀ ਲਿਆ ਜਾ ਸਕਦਾ ਹੈ। ਦੱਸਿਆ ਮੇਰੇ ਬੱਚੇ ਨੇ ਜਦ ਅੱਜ ਉਹ ਆਇਆ ਇਸ ਦੁਨੀਆ ਵਿੱਚ। ਇਹ ਨਜ਼ਮ ਮੈਂ ਨਹੀਂ, ਮੇਰੇ ਬੱਚੇ ਨੇ ਲਿਖੀ। बहुत अच्छे, बहुत बढ़िया, बहुत है और मनोविज्ञान का बहुत बड़ी प्यारी, बहुत बढ़िया है। बहुत बहुत शुक्रिया जी, शाबाश शाबाश। शुक्रिया डॉक्टर मोहन जी, ਤੁਹਾਡਾ ਆਸ਼ੀਰਵਾਦ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ। ਤੇ ਹੁਣ ਮੈਂ ਪੰਜਾਬੀ ਸੱਥ ਮੈਲਬੌਰਨ ਵੱਲੋਂ, ਸੂਰਜ ਦੇ ਵਾਰਸ ਪ੍ਰਕਾਸ਼ਨ ਵੱਲੋਂ ਤੇ ਪੰਜਾਬੀ ਅਕਾਲ ਲਾਹੌਰ ਵੱਲੋਂ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇੱਕ ਸਾਡੇ ਨਾਲ 1 ਘੰਟਾ ਤੋਂ ਵੀ ਜ਼ਿਆਦਾ ਸਮੇਂ ਨਾਲ ਜੁੜੇ ਰਹੇ। ਤੇ ਆਏ ਹੋਏ ਸਾਰੇ ਕਵੀ ਸੱਜਣਾ ਦਾ ਵੀ ਮੈਂ ਬਹੁਤ ਬਹੁਤ ਧੰਨ ਕਰਦਾ ਕਿ ਉਹਨਾਂ ਨੇ ਇਹ ਕਾਵਿ ਮਹਿਫਲ ਨੂੰ ਯਾਦਗਾਰੀ ਬਣਾਇਆ। ਦਰਸ਼ਨ ਬੁੱਟਰ ਜੀ, ਆਜ਼ਮ ਮਲਿਕ ਸਾਹਿਬ, ਡਾਕਟਰ ਮੋਹਨਜੀਤ ਜੀ, ਡਾਕਟਰ ਮਨਮੋਹਨ ਜੀ, ਜਸਵੰਤ ਸਿੰਘ ਜਫਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਅੱਛਾ, ਬਹੁਤ ਅੱਛਾ, ਸ਼ੁਕਰੀਆ। ਬਹੁਤ ਵਧੀਆ ਪ੍ਰੋਗਰਾਮ ਬਣਾਇਆ ਤੂੰ ਆਪਣਾ ਜਗਦੀਪ, ਬੜਾ ਸੋਹਣਾ, ਬਹੁਤ ਸੋਹਣਾ, ਬਹੁਤ ਵਧੀਆ ਜੀ, ਵਧੀਆ ਵਧੀਆ। ਨਵੀਆਂ ਨਵੀਆਂ ਨਜ਼ਮਾਂ ਸੁਣੀਆਂ। ਹਾਂਜੀ ਹਾਂ, ਬਿਲਕੁਲ, ਬਹੁਤ ਸੋਹਣਾ ਰਿਹਾ। ਹਾਂਜੀ ਹੋ ਗਿਆ, ਹਾਂਜੀ ਹਾਂਜੀ ਫਿਨਿਸ਼ ਤੱਕ हो गया पूरा। चलो ठीक है, हाँ जी।